ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਮਾਰੂ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਜਿਹੜੀ ਹੈਗੀ ਉਹਦੇ ਵਿੱਚ ਕੱਲ੍ਹ ਆਪਾਂ ਨੇ ਨਾਮਦੇਵ ਜੀ ਦਾ ਸ਼ਬਦ ਲਿਆ ਸੀ ਅਤੇ ਉਸ ਤੋਂ ਅਗਲਾ ਸ਼ਬਦ ਜਿਹੜਾ ਹੈਗਾ ਕਬੀਰ ਜੀ ਦਾ ਸ਼ਬਦ ਹੈਗਾ ਅੰਗ 1105। ਨਾਮਦੇਵ ਜੀ ਨੇ ਦੱਸਿਆ ਸੀਗਾ ਬਈ ਮੁਕਤੀਆਂ ਜਿਹੜੀਆਂ ਹੈਗੀਆਂ ਹਰੇਕ ਟਾਈਪ ਦੀ, ਪਰਮੇਸ਼ਰ ਦੇ ਨੇੜੇ ਰਹਿਣਾ, ਪਰਮੇਸ਼ਰ ਦੇ ਦੇਸ਼ 'ਚ ਰਹਿਣਾ, ਪਰਮੇਸ਼ਰ ਦੇ ਜਿਹੜੇ ਹੈਗੇ ਆ ਉਹਦੇ ਅੰਦਰ ਹੀ ਇੱਕਮਿਕ ਹੋ ਜਾਣਾ, ਪਰਮੇਸ਼ਰ ਦਾ ਰੂਪ ਹੋ ਜਾਣਾ। ਇਹ 4 ਟਾਈਪ ਦੀਆਂ ਮੁਕਤੀਆਂ ਜਿਹੜੀਆਂ ਹੈਗੀਆਂ ਇਹ ਸੁਖੈਨ ਹੀ ਜਿਹੜੀਆਂ ਹੈਗੀਆਂ, ਜਿਹੜਾ ਵੀ ਧਿਆਨ ਸਿਮਰਨ ਕਰਦਾ ਹੈ ਉਹਨੂੰ 4 ਮੁਕਤੀਆਂ ਮਿਲ ਜਾਂਦੀਆਂ ਹੈ ਭਾਈ। ਕਿੰਨਾ ਦੇਖੋ ਇਹ ਧਿਆਨ ਸਿਮਰਨ ਦਾ ਜਿਹੜਾ ਹੈਗਾ ਕਿੰਨਾ ਜ਼ਿਆਦਾ ਇਹ ਕਿੰਨਾ ਇੰਪੋਰਟੈਂਟ ਹੈਗਾ, ਕਿੰਨਾ ਜਿਹੜਾ ਹੈਗਾ ਜੀਵਨ ਦੇ ਵਿੱਚ ਜਿਹੜਾ ਇਸ ਤੋਂ ਉੱਪਰ ਕੋਈ ਕੰਮ ਹੀ ਨਹੀਂ। ਇਸੇ ਕੰਮ ਵਾਸਤੇ ਆਪਾਂ ਆਏ। ਹੁਣ ਅੱਗੇ ਜਿਹੜਾ ਹੈਗੇ ਕਬੀਰ ਜੀ ਦਾ ਸ਼ਬਦ ਆ ਰਿਹਾ। ਉਸ ਤੋਂ ਬਾਅਦ ਮਾਰੂ ਕਬੀਰ ਜੀਓ ਦੀਨ ਵਿਸਾਰਿਓ ਰੇ ਦੀਵਾਨੇ, ਦੀਵਾਨੇ ਦੀਨ ਵਿਸਾਰਿਓ ਰੇ। ਦੇਖ ਲਓ ਹੁਣ ਦੀਨ ਜਿਹੜਾ ਹੈਗਾ ਗਰੀਬੀ ਥੋੜ੍ਹੀ ਨਾ ਹੈ। ਦੀਨ ਦਾ ਮਤਲਬ ਆ ਬਈ ਧਰਮ, ਤੂੰ ਆਪਣਾ ਧਰਮ ਜਿਹੜਾ ਹੈਗਾ ਭੁਲਾ ਦਿੱਤਾ ਹੈ। ਤੂੰ ਕੌਣ ਹੈਗਾ ਆ, ਤੂੰ ਇਹ ਚੀਜ਼ ਜਿਹੜੀ ਹੈਗੀ ਨਹੀਂ ਬੁੱਝ ਰਿਹਾ। ਮੈਂ ਤੈਨੂੰ ਜਿਹੜਾ ਹੈਗਾ ਦੁਨੀਆ 'ਚ ਭੇਜਿਆ, ਤੈਨੂੰ ਮੈਂ ਸਿਰਫ ਇੱਕ ਕੱਪੜਾ ਪਾਇਆ ਹੈ ਅਤੇ ਤੂੰ ਕੱਪੜਾ ਹੀ ਸਮਝ ਕੇ ਬੈਠਾ ਹੋਇਆ ਆਪਣੇ ਆਪ ਨੂੰ। ਮਾਲਕ ਕਹਿੰਦਾ ਮੈਂ ਤਾਂ ਕੱਪੜਾ ਹੀ ਪਾਇਆ ਸੀ ਪਿਆਰਿਆ, ਕੱਪੜੇ 'ਚੋਂ ਬਾਹਰ ਆਉਣਾ ਸੀਗਾ। ਕੱਪੜਾ ਜਿਹੜਾ ਹੈਗਾ ਉਹਨੂੰ ਪਛਾਣਨਾ ਸੀਗਾ ਤੂੰ, ਔਰ ਤੂੰ ਜਿਹੜਾ ਹੈਗਾ ਮੇਰੇ ਕੋਲ ਆਉਣਾ ਸੀ। ਤੂੰ ਆਪਣਾ ਜਿਹੜਾ ਹੈਗਾ ਅਸਲੀ ਰੂਪ ਪਛਾਣਨਾ ਸੀਗਾ। ਤੂੰ ਤਾਂ ਕੱਪੜੇ ਦੇ ਨਾਲ, ਸੰਸਾਰ ਦੇ ਨਾਲ, ਆਕਾਰ ਦੇ ਨਾਲ ਇੰਨਾ ਉਲਝ ਗਿਆ ਕਿ ਤੈਨੂੰ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਅਸਲੀਅਤ ਹੀ ਭੁੱਲ ਗਈ। ਤੈਨੂੰ ਨਾ ਤੂੰ ਕੋਸ਼ਿਸ਼ ਹੀ ਕੀਤੀ ਆ, ਔਰ ਨਾ ਹੀ ਤੂੰ ਜਿਹੜਾ ਹੈਗਾ ਕੋਈ ਇਸ ਟਾਈਪ ਦਾ ਜਿਹੜਾ ਹੈਗਾ ਇਸ ਪਾਸੇ ਆਉਣ ਦਾ ਜਿਹੜਾ ਹੈਗਾ ਤੇਰੀ ਇੱਛਾ ਹੀ ਜ਼ਾਹਿਰ ਹੋਈ ਹੈ। ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ। ਉਹ ਪਾਗਲਾ ਤੂੰ ਦੇਖ ਲਾ, ਹਾਲੇ ਵੀ ਹੈਗੀ, ਹਾਲੇ ਵੀ ਤੇਰੇ ਕੋਲ ਸਰੀਰ ਹੈਗਾ, ਹਾਲੇ ਵੀ ਸਵਾਸ ਹੈਗੇ। ਦੇਖ ਤੂੰ ਤਾਂ ਭੁਲਾ ਤਾ। 2 ਵਾਰੀ ਲਿਖਿਆ ਦੇਖੋ ਕਬੀਰ ਜੀ ਨੇ, ਕਹਿੰਦੇ ਦੀਨ ਵਿਸਾਰੇ ਰੇ ਦੀਵਾਨੇ। ਪਾਗਲਾ ਤੂੰ ਕਾਹਦੇ ਵਾਸਤੇ ਕਿਉਂ ਭੁਲਾ ਰਿਹਾ ਹੈ, ਕਿਉਂ ਭੁਲਾ ਰਿਹਾ ਹੈ? ਉਸ ਆਪਣੇ ਆਪ ਨੂੰ ਜਿਹੜਾ ਹੈਗਾ ਕਿਉਂ ਨਹੀਂ ਪਛਾਣ ਰਿਹਾ? ਨਹੀਂ ਪਛਾਣੇਗਾ ਤੇ ਫਿਰ ਇੱਥੇ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਸੰਸਾਰ ਦੇ ਵਿੱਚ ਜਿਹੜਾ ਹੈਗਾ ਇਹ ਇਸੇ ਤਰੀਕੇ ਦੇ ਨਾਲ ਤੈਨੂੰ ਇਹ ਦੁੱਖ ਸੁੱਖ ਔਰ ਜਿਹੜਾ ਹੈਗਾ ਇਹ ਤ੍ਰਿਸ਼ਨਾ ਔਰ ਜਿਹੜੀ ਹੈਗੀ ਇਹ ਸਾਰਾ ਜਿਹੜਾ ਹੈਗਾ ਜੂਨਾ ਇਹ ਸਾਰਾ ਜਿਹੜਾ ਇਸ ਤਰ੍ਹਾਂ ਹੀ ਚੱਲਦਾ ਰਹਿਣਾ, ਜਨਮ ਮਰਨ ਦਾ ਗੇੜਾ। ਤੂੰ ਤਾਂ ਇਨਸਾਨ ਹੈਗਾ ਆ, ਤੂੰ ਤਾਂ ਜਿਹੜਾ ਹੈਗਾ ਸਰਦਾਰ ਹੈਗਾ, ਸਰਦਾਰ। ਤੂੰ ਜਿਹੜਾ ਹੈਗਾ ਸਾਰੀਆਂ ਜੂਨਾਂ ਦੇ ਉੱਪਰ ਹੈਗਾ ਭਾਈ। ਬਾਦਸ਼ਾਹ ਜੂਨ ਆ ਤੇਰੇ ਕੋਲ। ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ। ਤੂੰ ਤਾਂ ਪਸ਼ੂ ਬਣਿਆ ਪਿਆ, ਤੈਨੂੰ ਤਾਂ ਮਨੁੱਖ ਜੂਨ ਦੀ ਲੋੜ ਕੀ ਸੀ ਫਿਰ ਤੈਨੂੰ ਦੇਣ ਦੀ ਭਾਈ? ਤੂੰ ਤਾਂ ਪਸ਼ੂ ਵਾਂਗੂ ਢਿੱਡ ਭਰ ਰਿਹਾ ਆਪਣਾ, ਜਿਵੇਂ ਪਸ਼ੂ ਕਰਦੇ ਆ ਉਹੀ ਸਾਰਾ ਕੁਛ ਕਰੀ ਜਾ ਰਿਹਾ ਤੂੰ। ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ। ਤੂੰ ਤਾਂ ਇਹ ਮਨੁੱਖ ਚੂਨ ਦਿੱਤੀ ਹੈ, ਇਹਨੂੰ ਤਾਂ ਤੂੰ ਜਿਹੜਾ ਹੈਗਾ ਪਸ਼ੂ ਵਾਂਗੂ ਜਿਹੜਾ ਹੈਗਾ ਕਿਰਿਆ ਕਰਕੇ, ਪਸ਼ੂ ਵਾਂਗੂ ਹਰਕਤਾਂ ਕਰਕੇ ਤੂੰ ਜਿਹੜਾ ਹੈਗਾ ਇਹ ਮਨੁੱਖ ਜੂਨ ਨੂੰ ਹਾਰ ਰਿਹਾ ਹੈ। ਰਹਾਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਦੇਖੋ, ਆਪਾਂ ਨੂੰ ਕਬੀਰ ਜੀ ਸਮਝਾ ਰਹੇ ਨੇ ਦੀਨ ਬਸਾਰਿਓ ਰੇ ਦੀਵਾਨੇ, ਦੀਨ ਬਸਾਰਿਓ ਰੇ। 2 ਵਾਰੀ ਕਿਹਾ ਉਹਨਾਂ ਨੇ। ਹਾਂ, ਇੱਕ ਵਾਰੀ ਨਹੀਂ, 2 ਵਾਰੀ ਕਿਹਾ ਦੀਨ ਬਸਾਰਿਓ ਰੇ ਦੀਵਾਨੇ। ਦੀਵਾਨੇ ਦਾ ਮਤਲਬ ਪਾਗਲ, ਕਮਲਾ ਬੰਦਾ ਜਿਹੜਾ ਪਾਗਲ। ਬਿਲਕੁਲ। ਉਹ ਕਹਿੰਦੇ ਨੇ ਪਾਗਲ ਤੂੰ ਦੀਨ ਵਿਸਾਰ ਦਿੱਤਾ। ਦੀਨ ਦਾ ਵਿਸਾਰ ਦਾ ਮਤਲਬ ਕਿ ਤੂੰ ਪੁਰਸ਼ ਨੂੰ ਛੱਡ ਕੇ ਤੇ ਮਾਇਆ ਦੇ ਪਿੱਛੇ ਭੱਜ ਰਿਹਾ। ਜਿਵੇਂ ਗੋਰਖੀ ਸਾਹਿਬ ਆਪਾਂ ਹਾਂਜੀ ਜੀ, ਜਿਵੇਂ ਜਿਹੜਾ ਨਾ ਇੱਕ ਪਿਓ ਆਪਣੇ ਬੱਚੇ ਨੂੰ ਨਹੀਂ ਕਹਿੰਦਾ ਉਹ ਪਾਗਲਾ, ਉਵੇਂ ਦੀ ਗੱਲ ਕਰ ਰਿਹਾ ਮਾਲਕ ਪ੍ਰਮਾਤਮਾ। ਹਾਂ ਬਿਲਕੁਲ ਠੀਕ ਹੈ। ਉਹ ਕਹਿੰਦੇ ਆ ਕਿ ਤੂੰ ਮਾਇਆ
ਦੂਜਾ ਭਾਵ ਜਿਹੜਾ ਹੈਗਾ ਤੈਨੂੰ ਉਹਦਾ ਜ਼ਿਆਦਾ ਨਸ਼ਾ ਹੈ। ਤੂੰ ਭੁੱਲ ਗਿਆ ਕਿ ਤੇਰੀ ਜੀਵਨ ਦੀ ਜਿਹੜੀ ਪ੍ਰਾਪਤੀ ਹੈ, ਜੇਕਰ ਤੂੰ 84 ਤੋਂ ਮੁਕਤ ਹੋ ਕੇ ਚਲਾ ਜਾਂਦਾ ਹਾਂ ਤਾਂ ਹੀ ਤੇਰੇ ਮਨੁੱਖਾ ਜੀਵਨ ਦਾ ਪ੍ਰਯੋਜਨ ਪੂਰਾ ਹੁੰਦਾ ਹੈ। ਤੂੰ ਇੱਥੇ ਕੀ ਬਣਾਇਆ, ਕੀ ਖਟਿਆ, ਕੀ ਵਟਿਆ, ਇੱਕ ਸੁਪਨਾ ਹੈ। ਇਹ ਸੁਪਨਾ ਪਿਆ ਸੰਸਾਰ, ਇਹ ਸੰਸਾਰ ਇੱਕ ਸੁਪਨਾ ਹੈ। ਉਹ ਤੂੰ ਇਹਨੂੰ ਅਸਲੀਅਤ ਸਮਝ ਲਈ ਹੈ। ਹੁਣ ਦੇਖੋ ਬਾਹਰ ਤੁਸੀਂ ਸੜਕ ਤੇ ਵੇਖੋ ਕਿੰਨਾ ਪਾਗਲਪਨ, ਕੋਈ ਇਹਨੂੰ ਭੱਜਿਆ ਜਾਂਦਾ, ਕੋਈ ਇਹਨੂੰ ਭੱਜਿਆ ਜਾਂਦਾ। ਔਰ ਆਉਣ ਵਾਲੇ ਸਮੇਂ 'ਚ ਪਾਗਲਪਨ ਵਧਣਾ। ਇੱਥੇ ਕਲਯੁਗ ਸ਼ੁਰੂ ਹੋਇਆ, ਥੋੜਾ ਜਿਹਾ ਸਮਾਂ ਟਾਈਮ ਹੋਇਆ, ਬਹੁਤ ਅੱਗੇ ਬਹੁਤ ਪਾਵਰਫੁਲ ਹੋਣਾ ਹੈ ਟਾਈਮ। ਇਹ ਕਹਿੰਦੇ ਕਿ ਜੇ ਤੂੰ ਸੰਸਾਰ 'ਚ ਆਇਆ ਔਰ ਜਿਹੜੇ ਤੇਰੇ ਜ਼ਿੰਦਗੀ ਦਾ ਮਕਸਦ ਹੈ ਤੂੰ ਉਹਨੂੰ ਛੱਡਤਾ। ਦੇਖੋ ਮਤਲਬ ਕਹਿਣ ਤੋਂ ਭਾਵ ਮੈਂ ਗਿਆ ਵਾਂ ਕਿਸੇ ਖੇਤ ਦੇ ਵਿੱਚ ਤੇ ਮੈਨੂੰ ਇੱਕ ਚੀਜ਼ ਚਾਹੀਦੀ ਸੀ, ਮੈਂ ਉਹ ਨਹੀਂ ਲਿਆਂਦੀ, ਮੈਂ ਕੁਝ ਹੋਰ ਲੱਭ ਰਿਹਾ ਪਰ ਜਾਂ ਚੁੱਕ ਲਈ ਹੈ। ਹੁਣ ਦੀਨ ਦਾ ਮਤਲਬ ਇਹੋ ਹੀ ਆ ਕਿ ਧਰਮ ਨੂੰ ਛੱਡ ਕੇ ਤੇ ਤੂੰ ਅਧਰਮ ਵਾਲੇ ਕੰਮ ਕਰਦਾ। ਤੂੰ ਸੁਰ ਸੀ, ਤੈਨੂੰ ਹੁਣ ਇੰਨਾ ਗਿਆਨ ਇੰਦਰੇ ਮਿਲੇ ਨੇ, ਕਰਮ ਇੰਦਰੇ ਮਿਲੇ ਨੇ, ਤੇ ਤੂੰ ਸੁਰ ਸਹੀ ਕਰਨਾ ਸੀ। ਜੇ ਮੰਨ ਲਾ ਗਲਤ ਗਾਣਾ ਚੱਲ ਵੀ ਗਿਆ ਸੀ ਸੰਗਤ ਸੁੰਗਤ ਕਰਕੇ, ਤੇ ਤੂੰ ਆਪਣਾ ਗਾਣਾ ਠੀਕ ਕਰਨਾ ਸੀ। ਨਹੀਂ ਆਉਂਦਾ ਸੀ ਤੇ ਸਿੱਖ ਲੈਣਾ ਸੀ। ਤੂੰ ਉਧਰ ਧਿਆਨ ਹੀ ਨਹੀਂ ਕੀਤਾ, ਕਿਤੇ ਮੂੰਹ ਹੀ ਨਹੀਂ ਚੁੱਕਿਆ। ਔਰ ਤੂੰ ਉਹ ਕੁਛ ਕਰ ਰਿਹਾ, ਵਿਪਰਨ ਕੀ ਰੀਤ ਕਰਦਾ, ਉਲਟੇ ਪੁਲਟੇ ਕੰਮ ਕਰਦਾ, ਕਰਮ ਕਾਂਡ ਕਰੀ ਜਾਂਦੇ ਆ। ਉਹਦੇ ਨਾਲ ਤੇਰੀ ਸੁਰ ਸਹੀ ਨਹੀਂ ਆਉਂਦੀ ਕਿ ਤੂੰ ਤੇਰੇ ਅੰਦਰ ਦਾ ਜਿਹੜਾ ਹਨੇਰਾ ਦੂਰ ਥੋੜੀ ਹੋਉਂਦੇ ਆ। ਤੈਨੂੰ ਤੇ ਕਹਿੰਦੇ ਦੀਨ ਬਸਾਰਿਓ, ਤੂੰ ਦੀਨ ਬਸਾਰਦਾ। ਤੂੰ ਮਤਲਬ ਤੂੰ ਚਾਨਣ ਨੂੰ ਛੱਡ ਕੇ ਤੇ ਹਨੇਰੇ ਨਾਲ ਯਾਰੀ ਪਾਲੀ। ਹੁਣ ਉਹ ਅਗਲੇ ਬੰਨੇ ਕਹਿੰਦੇ ਨੇ ਤੁਕ ਦੇ ਵਿੱਚ, ਕਹਿੰਦੇ ਪੇਟ ਭਰਿਓ ਪਛੂਆ ਜਿਉ ਹੋਏ ਮਨੁੱਖ ਜਨਮ ਹੈ ਹਾਰਿਓ। ਹਾਂ, ਜਿਸ ਤਰ੍ਹਾਂ ਪਸ਼ੂ ਸੁੱਤਾ ਰਹਿੰਦਾ ਹੈ ਸੋਇਓ, ਪੇਟ ਭਰਿਓ ਪਸ਼ੂ ਆ ਜਿਉਂ ਸੋਇਓ, ਪੇਟ ਭਰ ਕੇ ਪਸ਼ੂ ਜਿਸ ਤਰ੍ਹਾਂ ਸੁੱਤਾ ਰਹਿੰਦਾ ਹੈ। ਮਨੁੱਖ ਜਨਮ ਹੈ ਹਾਰਿਓ, ਮਨੁੱਖ ਜਨਮ ਤੂੰ ਉਸੇ ਤਰੀਕੇ ਨਾਲ ਤੂੰ ਵੀ ਹਾਰ ਰਿਹਾ ਹੈ ਭਾਈ। ਪਸ਼ੂ ਤੋਂ ਇਲਾਵਾ ਤੂੰ ਕੁਛ ਕਰ ਰਿਹਾ ਹੈ ਰਹਾਓ। ਹੁਣ ਕਹਿੰਦੇ ਆ ਕਿ ਪਸ਼ੂ ਦੇ ਜੀਵਨ 'ਚ ਕੀ ਹੈ? ਖਾਣਾ ਪੀਣਾ, ਸੰਭੋਗ ਅਤੇ ਸੌਣਾ। ਇੱਥੇ ਉਹਦਾ ਜੀਵਨ ਸਮਾਪਤ ਹੋ ਜਾਂਦਾ। ਪਹਿਲਾਂ ਵੀ ਆਪ ਜੀ ਨਾਲ ਵਿਚਾਰ ਕੀਤੀ ਸੀ, ਕਹਿੰਦੇ ਕਿ ਬਈ ਤੂੰ ਕੀ ਪ੍ਰਾਪਤ ਕੀਤਾ? ਉਹ ਕਹਿੰਦਾ ਜੀ ਬੜਾ ਕੁਝ ਪ੍ਰਾਪਤ ਕੀਤਾ। ਡੈਡੀ ਮੇਰਾ ਹੀ, ਜਦੋਂ ਅਸੀਂ 4 ਮੁੰਡੇ ਹਾਂ, 3 ਭੈਣਾਂ ਸੀ, ਵੱਡਾ ਪਰਿਵਾਰ ਸੀ, ਬਹੁਤ ਗਰੀਬੀ ਸੀ ਘਰ 'ਚ, ਬਹੁਤ ਗਰੀਬੀ। ਫਿਰ ਤੇ ਛੱਤ ਨਾ, ਖਾਣ ਪੀਣ ਨੂੰ ਕੱਪੜਾ ਨਾ। ਹੁਣ ਪਤਾ ਕੀ ਹੋ ਗਿਆ, ਮੈਂ ਬੜਾ ਕੁਝ ਪ੍ਰਾਪਤ ਕਰ ਲਿਆ। ਕਹਿੰਦੇ ਕੀ ਕਰ ਲਿਆ ਜੀ? ਉਹ ਕਹਿੰਦਾ ਮੈਂ 3 ਕੋਠੀਆਂ ਪਾਲੀਆਂ, ਮੁੰਡੇ ਮੇਰੇ 2 ਡਾਕਟਰ ਨੇ, 1 ਇੰਜੀਨੀਅਰ ਆ, ਪਿੰਡ 'ਚ 15-20 ਕਿੱਲੇ ਪੈਲੀ ਲੈ ਲਈ ਆ, ਕੋਠੀ ਪਾਲੀ ਆ। ਬਿਲਕੁਲ। ਹੁਣ ਦੇਖੋ ਇਹ ਕਿਹੜੀ ਪ੍ਰਾਪਤੀ ਆ? ਗੁਰੂ ਗ੍ਰੰਥ ਸਾਹਿਬ 'ਚ ਏਦਾਂ ਦੀ ਕੋਈ ਪ੍ਰਾਪਤੀ ਬਾਰੇ ਜ਼ਿਕਰ ਨਹੀਂ ਹੁੰਦਾ। ਹੁਣ ਇੱਥੇ ਆਪਾਂ ਜਿਹਨੂੰ ਸਮਝੀਏ, ਇੱਥੇ ਆਪਾਂ ਕੀ ਸਮਝ ਰਹੇ ਹਾਂ ਕਿ ਇਹ ਜੀਵਨ ਦੀ ਪ੍ਰਾਪਤੀ ਹੈ ਸਾਡੀ। ਦੱਸੋ ਕਿੱਡੀ ਕੁ ਵੱਡੀ ਪ੍ਰਾਪਤੀ ਕਰਦੀ। ਇਹ ਤਾਂ ਬਹੁਤ ਛੋਟੇ ਲੈਵਲ ਦਾ ਜੀਵਨ ਹੈ। ਪਦਾਰਥ ਪ੍ਰਾਪਤ ਕਰ ਲਏ, ਘਰ-ਬਾਰ ਕਰ ਲਿਆ, ਇਹਦਾ ਤੇ ਮਤਲਬ ਹੀ ਨਹੀਂ ਹੈਗਾ। ਉਹ ਤੇ ਆਪਣੀਆਂ ਜ਼ਰੂਰਤਾਂ ਨੇ, ਸਾਡੇ ਜੀਵਨ ਦਾ ਮਕਸਦ ਥੋੜੀ ਸੀ। ਪਰ ਆਪਾਂ ਮਕਸਦ ਬਣਾ ਲਿਆ। ਤੈਨੂੰ ਤਾਂ ਕਹਿੰਦੇ ਦੀਨ ਬਸਾਰੇ ਉਰੇ, ਤੂੰ ਜੀਵਨ ਦਾ ਮਕਸਦ ਬਣਾ ਲਿਆ। ਤੈਨੂੰ ਉਨੀ ਕੁ ਚੀਜ਼ ਦੀ ਜ਼ਰੂਰਤ ਸੀ ਜਿੰਨੀ ਕੁ ਤੇਰਾ ਦਾਲ ਫੁਲਕਾ ਚੱਲੇ, ਤੂੰ ਇੱਕ ਸੁਖੀ ਜੀਵਨ ਬਤੀਤ ਕਰੇ। ਉਹ ਤੂੰ ਕਿਸੇ ਹੋਰ ਹੀ ਚੱਕਰ 'ਚ ਪੈ ਗਿਆ। ਹੁਣ ਹੋਰ ਚੱਕਰ 'ਚ ਪੈਣ ਦੇ ਨਾਲ ਕੀ ਹੋ ਗਿਆ? ਤੇਰਾ ਸਮਾਂ ਬਰਬਾਦ ਹੋ ਰਿਹਾ, ਕਿਉਂਕਿ ਜਿਹੜਾ ਕੰਮ ਕਰਨਾ ਸੀ ਉਹਦੇ ਤੇਰਾ ਧਿਆਨ ਕੋਈ ਨਾ, ਤੂੰ ਕਿਸੇ ਹੋਰ ਹੀ ਚੱਕਰ 'ਚ ਤੁਰਿਆ ਫਿਰਦਾ। ਹੁਣ ਤੈਨੂੰ 12 ਘੰਟੇ ਵੀ ਥੋੜੇ ਲੱਗਦੇ ਆ। ਫਿਰ ਤੈਨੂੰ ਕੋਈ ਕਹਿੰਦਾ ਕਿ ਆ ਜਾ 2 ਮਿੰਟ ਰੱਬ ਦਾ ਨਾਂ ਲੈ ਲਈਏ। ਉਹ ਕਹਿੰਦਾ ਜੀ ਮੇਰੇ ਕੋਲ ਤੇ ਹਜੇ ਜ਼ਹਿਰ ਖਾਣ ਜੋਗਾ ਟਾਈਮ ਨਹੀਂ, ਮਰਨ ਜੋਗਾ ਟਾਈਮ ਨਹੀਂ ਹੈਗਾ। ਉਹ ਫਿਰ ਪਤਾ ਹੀ ਉਦੋਂ ਲੱਗਣਾ ਜਦੋਂ ਮੌਤ ਸਾਹਮਣੇ ਖਲੋ ਜਾਣੀ ਆ ਕੇ। ਉਹ ਜ਼ਹਿਰ ਤਾਂ ਤੇਰੇ ਕੋਲ ਟਾਈਮ, ਉਹਨਾਂ ਨੇ ਜ਼ਹਿਰ ਆਪੇ ਦੇ ਦੇਣਾ ਗੁਰਕੀ ਸਾਹਿਬ। ਉਹਨੇ ਕਹਿਣਾ ਵਾ ਕਿ ਭੋਲਿਆ ਤੇਰੇ ਕੋਲ ਟਾਈਮ ਨਹੀਂ ਹੈਗਾ, ਹੁਣ ਮੈਂ ਕੱਢ ਲਿਆ ਅੱਜ ਵਾਵਾ ਟਾਈਮ, ਤੂੰ ਬਥੇਰੇ ਗੁੱਡੇ ਪਟੋਲੇ ਡਾਲੇ ਨੇ, ਆ ਜਾ ਚੱਲ ਚੱਲੀਏ। ਫਿਰ ਉਹ ਕਹਿੰਦੇ ਆ ਕਿ ਜਮਦੂਤ ਵੀ ਨਾਲ ਕਹਿੰਦੇ ਆ ਕਿ ਬਈ ਇਹਦੀ ਸਵਾਹ ਦੀ ਪੰਡ ਚੁੱਕੋ, ਇਹਦੇ ਮੋਢੇ ਤੇ ਰੱਖੋ, ਚਲੋ ਇਕੱਲੇ ਨਹੀਂ ਹੋਣਾ। ਬਾਣੀ ਕਹਿੰਦੀ ਮੈਂ ਨੀ ਕੋਈ ਕਹਿੰਦਾ ਨਾ ਕਿ ਮੈਂ ਮਸਾਲੇ ਲਾਈ ਜਾਂਦਾ,
ਸੱਚੀ ਬਾਣੀ ਚ ਕਿਹਾ ਜੋ। ਉਹ ਬਾਣੀ ਇੱਕ ਦਿਨ ਪਹਿਲਾਂ ਆਈ ਸੀ, ਪਤਾ ਕਿਹੜੇ ਗੁਰੂ ਦੀ ਬਾਣੀ ਸੀ, ਉਹ ਕਹਿੰਦੇ ਇਹਨਾਂ ਦੀ ਸਮਾਧ ਦੀ ਪੰਡ ਕਹਿੰਦੇ ਮੋਰਾਂ ਤੇ ਰੱਖੋ। ਹਾਂ ਬਿਲਕੁਲ ਹੈਗਾ ਬਈ, ਨਾਲ ਪੰਡ ਤਾਂ ਸਿਰ ਦੇ ਉੱਤੇ ਹੁੰਦੀ ਹੈ ਭਾਈ। ਬਿਲਕੁਲ ਸਹੀ ਹੈ, ਕੱਲਾ ਨਹੀਂ ਤੋੜਦੇ ਉਹ ਗੋਰਖੀ ਸਾਹਿਬ, ਕੱਲਾ ਨਹੀਂ ਜਾਣ ਦਿੰਦੇ, ਕਹਿੰਦੇ ਪੰਡ ਤੇਰੇ ਸਿਰ ਤੇ ਹੀ ਰੱਖਣੀ ਹੈ, ਤੈਨੂੰ ਹੀ ਚੁੱਕਣੀ ਪੈਣੀ, ਅਸੀਂ ਨਹੀਂ ਕੁਛ ਕਰ ਸਕਦੇ। ਹਾਂ ਅਸੀਂ ਤੇ ਤੈਨੂੰ ਸੁਣਾ ਹੀ ਦੇਣਾ ਆ ਪੰਡ ਚੁੱਕ ਨਾਲ, ਬਸ ਬਸ ਤੇਰੀ ਪੰਡ ਹੈ, ਤੂੰ ਖੁਦ ਭਰੀ ਆ। ਹਾਂ ਆਹ ਤੇ ਕਹਿੰਦੇ ਦੀਨ ਬਸਾਰੇ, ਤੂੰ ਖੁਦ ਪੰਡ ਭਰ ਲਈ ਆ। ਉਹ ਜਿਹੜੀ ਪੰਡ ਭਰੀ ਹੈ ਤੈਨੂੰ ਨਾਲ ਖੜਨੀ ਪੈਣੀ ਆ। ਫਿਰ ਉਹ ਬੜਾ ਲੰਮਾ ਚੌੜਾ ਸਿਲਸਿਲਾ ਹੈ, ਤੇਰੀ ਪੰਡ ਦਾ ਹਿਸਾਬ ਤਾਂ ਚੱਲੇਗਾ। ਬਿਲਕੁਲ ਬਿਲਕੁਲ, ਉਹ ਕਹਿੰਦੇ ਤੇਰੀ ਪੰਡ ਜਿਹੜੀ ਹੈ ਨਾ, ਇਹ ਤੇਰੀ ਪੰਡ ਦੇ ਵਿੱਚੋਂ ਅਸੀਂ ਕਿਸੇ ਨੂੰ ਕੁਛ ਲੈਣ ਨਹੀਂ ਦੇਣਾ, ਬਸ ਤੈਨੂੰ ਹੀ ਦੇਣਾ ਸਾਰਾ ਕੁਛ। ਨੰਬਰ 2, ਜੇ ਵੇਖੋ ਮੇਰੇ ਮੋਰਾਂ ਤੇ ਮੈਂ 40-50 ਕਿਲੋ ਵਜਨ ਵੱਧਾ ਹੈ, ਤੇ ਜਦੋਂ ਮੈਂ ਪਾਣੀ ਚ ਛਾਲ ਮਾਰੂੰਗਾ ਕਿ ਮੈਂ ਕਿੰਨਾ ਕੁ ਤਰੂੰਗਾ, ਮੈਂ ਨਾਲ ਹੀ ਕੰਢੇ ਤੇ ਡੁੱਬ ਜਾਣਾ। ਬਿਲਕੁਲ ਡੁੱਬ ਜਾਣਾ, ਬਿਲਕੁਲ ਸਹੀ ਹੈ। ਭਾਵ ਸਾਗਰ ਹੈ। ਹੁਣ ਜਿੱਦਾਂ ਦਾ ਮੈਂ ਕਰਮ ਕਰਦਾ, ਉਸ ਸਿਸਟਮ ਨੇ ਅੱਗੇ ਚੱਲਣਾ। ਉਹ ਬਿਲਕੁਲ ਸਹੀ ਹੈ। ਤੁਸੀਂ ਜਿਹੜਾ ਖੇਤ ਚ ਬੀਜਦੇ ਜੋ ਉਹੀ ਉੱਗਦਾ ਵਾ। ਘੁੰਮ ਨਹੀਂ ਰਿਹਾ, ਸਭ ਕੁਝ ਘੁੰਮ ਰਿਹਾ। ਉਹਦੀਆਂ ਟਿੰਡਾਂ ਵਾਂਗੂ ਕੋਈ ਖਾਲੀ ਹੋ ਗਈ ਤਾਂ ਕੋਈ ਭਰਨ ਚੱਲੀ ਹੈ, ਕੋਈ ਖਾਲੀ ਹੋ ਰਹੀ ਹੈ, ਕੋਈ ਭਰ ਕੇ ਆ ਰਹੀ ਹੈ। ਇਸੇ ਤਰ੍ਹਾਂ ਹੀ ਜੀਵਨ ਚੱਲਦਾ ਜੀ। ਹੁਣ ਇਹ ਕਹਿੰਦੇ ਨੇ ਕਿ ਦੀਨ ਵਿਸਥਾਰਤਾ, ਤੂੰ ਆਪਣਾ ਮੇਨ ਜਿਹੜਾ ਜ਼ਿੰਦਗੀ ਦਾ ਤੇਰਾ ਮਕਸਦ ਸੀ ਉਹ ਤੂੰ ਛੱਡਦਾ, ਕੁਛ ਹੋਰ ਕਰਨ ਡਿਆ ਪਿਆ। ਉਹ ਸਾਨੂੰ ਵਾਰਨ ਕਰ ਰਹੇ ਨੇ। ਉਹ ਆਪ ਤੇ ਉਹਨਾਂ ਨੇ ਜੀਵਨ ਸਫਲ ਕੀਤਾ, ਸਾਨੂੰ ਵੀ ਸਮਝਾ ਗਏ ਨੇ। ਪਰ ਕਿੰਨੇ ਕੁ ਬੰਦੇ ਤੋਂ ਸਬਕ ਲੈਂਦੇ ਨੇ। ਇਹ ਔਖਾ ਕੰਮ ਆ। ਐਵੇਂ ਮੈਂ ਕਹਿਦਾ ਕਿ ਬੜਾ ਆਸਾਨ ਕੰਮ ਆ, ਬਹੁਤ ਔਖਾ। ਇਹ ਬਾਣੀ ਚ ਲਿਖਿਆ ਹੈ, ਇਹ ਪੜ੍ਹ ਕੇ ਆਪਾਂ ਸਾਰਿਆਂ ਸੁਧਰ ਜਾਣਾ, ਨਹੀਂ। ਬੜੀ ਘਾਲਣਾ ਬਾਣੀ ਤਾਂ ਉਹ ਕਹਿੰਦੀ ਹੈ, ਜਿੰਨਾ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਉਹ ਖੁਜਲੇ ਤੇ ਕੀਤੀ ਛੁੱਟੀ ਨਾਲ। ਪਰਮਾਤਮਾ ਦੀਆਂ ਅੱਖਾਂ ਚ ਅੱਖਾਂ ਪਾ ਕੇ ਵੇਖਣ ਦੇ ਲਈ ਤੁਹਾਡੇ ਪੱਲੇ ਕੋ ਚਾਹੀਦਾ ਵਾ। ਜਿਹੜੇ ਚੋਰੀ ਕੀਤੀ ਹੁੰਦੀ ਉਹ ਥਾਣੇਦਾਰ ਦੀ ਅੱਖਾਂ ਚ ਅੱਖਾਂ ਪਾ ਸਕਦਾ ਨਿਜਰ ਸਾਹਿਬ? ਨਾ। ਉਹ ਜੱਜ ਨੂੰ ਕਹੂਗਾ ਕਿ ਮੈਂ ਸਹੀ ਹਾਂ? ਨਾ, ਬਿਲਕੁਲ ਨਹੀਂ। ਉਹ ਕਿਹੜਾ ਜੱਜ? ਇਹ ਜੱਜ ਨੂੰ ਧੋਖਾ ਦੇ ਦੋਗੇ ਤੁਸੀਂ, ਉਹ ਜੱਜ ਨੂੰ ਧੋਖਾ ਦੇ ਲੋਗੇ? ਨਾ, ਬਿਲਕੁਲ ਨਹੀਂ ਦੇ ਸਕਦੇ ਭਾਈ। ਕੀ ਆਪਾਂ ਬੱਚਿਆਂ ਦਾ ਖੇਲ ਸਮਝਿਆ? ਉੱਥੇ ਜਾ ਕੇ ਸੇਵਾ ਕਰ ਰਹੇ, ਝਾੜੂ ਮਾਰ ਰਹੇ ਤੇ ਸਾਰਾ ਦਿਨ ਟੋਕਾ ਚਲਾਇਆ, ਜੋ ਮਰਜ਼ੀ ਦਿਲ ਕੀਤਾ। ਕਦੇ ਸੋਚਿਆ ਨਹੀਂ ਮੈਂ ਕੀ ਬੋਲ ਰਿਹਾ, ਮੈਂ ਕਿੱਦਾਂ ਦਾ ਜੀਵਨ ਬਤੀਤ ਕਰ ਰਿਹਾ, ਮੈਂ ਜੀਵਨ ਮੇਰਾ ਕਿੱਧਰ ਆ, 84 ਤੋਂ ਮੁਕਤ ਹੋ ਰਿਹਾ ਜਾਂ 84 ਦੇ ਵਿੱਚ ਜਾ ਰਿਹਾ। ਬਾਣੀ ਤੇ ਇਹ ਕਹਿ ਰਹੀ ਹੈ। ਬਿਲਕੁਲ ਠੀਕ ਹੈ, ਅਜੇ ਟਾਈਮ ਹੈਗਾ। ਆਪਾਂ ਇਸ ਨੂੰ ਹੋਰ ਡੀਪਲੀ ਲੈਂਦੇ ਅੱਗੇ। ਭਲਾ ਆਪਾਂ ਨੂੰ ਕੀ ਸਮਝਾਉਂਦੇ ਆ ਅੱਗੇ, ਅਗਲੀ ਤੋਂ ਕੋਲ ਨਜਾ ਸਾਹਿਬ। ਸਾਧ ਸੰਗਤ ਕਬਹੁ ਨਹੀਂ ਕੀਨੀ, पेट भरियो जैसे पेट भरियो पशुआ ज्यों सोयो, मनुख जन्म है हारियो रहाओ, साध संगत कबहू नहीं कीनी, रचियो धंधा झूठ। कहते तू साध संगत कदी कीती है? कदी भी नहीं कीती। कहते देख लो कबीर जी सर्टिफाई कर रहे और बिल्कुल अपना ही खाका खिच रहे। बिल्कुल एवें लगता जिन्हें साडे वास्ते ही जिहड़े हैगे ये कबीर जी बिल्कुल देख के ही गल कर रहे होण। साध संगत कबहू नहीं कीनी, रचियो धंधा झूठ। ਔਰ ਝੂਠੇ ਧੰਦੇ ਆ ਦੇਖ ਲਓ ਸਾਰੇ, ਇੱਥੇ ਦੇ ਇੱਥੇ ਹੀ ਦੀ ਐਂਡ ਹੋ ਜਾਂਦਾ ਸਾਰੇ ਧੰਦਿਆਂ ਦਾ। ਇੱਥੇ ਦੀ ਇੱਥੇ ਲਕੀਰ ਖਿੱਚੀ ਜਾਂਦੀ ਹੈ ਸਾਰੇ ਦੇ ਸਾਰਾ ਕੁਛ ਇੱਥੇ ਦੇ ਇੱਥੇ ਰਹਿ ਜਾਂਦਾ। ਫਿਰ ਤਾਂ ਇਹ ਝੂਠੇ ਹੋਏ ਨਾਲ ਤਾਂ ਜਾ ਨਹੀਂ ਰਹੇ। ਔਰ ਅੱਗੇ ਦੁਬਾਰਾ ਅਸੀਂ ਕਦੀ ਆਉਣਾ ਨਹੀਂ ਹੈ ਇਹ ਧੰਦਿਆਂ ਦੇ ਵਿੱਚ। ਆਪਣਾ ਬੈਂਕ ਦੇ ਵਿੱਚ ਦੁਬਾਰਾ ਪੈਸੇ ਕਢਾਉਣ ਵਾਸਤੇ ਆਪਾਂ ਦੁਬਾਰਾ ਆਉਣਾ ਨਹੀਂ ਹੈ ਭਾਈ। ਸਾਧ ਸੰਗਤ ਕਬਹੁ ਨਹੀਂ ਕੀਨੀ, ਰਚਿਓ ਧੰਦਾ ਝੂਠ। ਸਵਾਨ ਸੂਖਰ ਬਾਇਸ ਜਿਵੇਂ ਭਟਕਤ, ਝਾਲਿਓ ਊਠ। ਕਹਿੰਦੇ ਕਮਾਲ ਆ, ਸਵੇਰ ਹੁੰਦੀ ਆ, ਦਿਨ ਚੜ੍ਹਦਾ, ਦਿਨ ਕੀ ਰਾਤ ਨੂੰ ਵੀ ਤੂੰ ਸੌਂਦਾ ਨਹੀਂ ਆ। ਜਿਵੇਂ ਕੁੱਤਾ ਸੂਰ ਤੇ ਬਾਇਸ ਕਹਿੰਦੇ ਆ ਕਾਂ, ਜਿਵੇਂ ਭਟਕਦੇ ਆ। ਦੇਖ ਲਓ ਸੂਰ ਜਿਹੜਾ ਸਵੇਰ ਤੋਂ ਸ਼ਾਮ ਤਾਈਂ ਤੁਹਾਨੂੰ ਰੂੜੀ ਦੇ ਉੱਤੇ ਮਿਲਣਗੇ। ਇੱਧਰ ਉੱਧਰ ਪੂਛ ਮਾੜੀ ਜੀ ਨਿੱਕੀ ਜੀ ਪੂਛ ਹੁੰਦੀ ਆ, ਉਹ ਫੁਰ ਜੀ ਪੂਛ ਲਾਈ ਜਾਂਦੇ ਆ ਔਰ ਇੱਧਰ ਉੱਧਰ ਮੂੰਹ ਮਾਰੀ ਜਾਂਦੇ ਆ। ਕੁੱਤੇ ਨੂੰ ਦੇਖ ਲਓ, ਕਿੱਧਰ ਕੁੱਤਾ ਜਿਹੜਾ 24 ਘੰਟੇ ਖਾਣ ਦੇ ਵਾਸਤੇ ਪਦਾਰਥਾਂ ਦੇ ਵਾਸਤੇ ਇਹਦਾ ਢਿੱਡ ਕਦੀ ਰੱਜਦਾ ਹੀ ਨਹੀਂ। ਤੇ ਬਾਇਸ ਕਾਂ ਨੂੰ ਦੇਖ ਲਓ ਭਾਈ, ਜਿੱਥੇ ਗੰਦਗੀ ਹੈ, ਜਿੱਥੇ ਗੂੰ ਹੈਗਾ, ਜਿੱਥੇ ਗੋਬਰ ਹੈਗਾ, ਸਾਰੀ ਜਗ੍ਹਾ ਤੇ ਉਹਨੇ ਕੋਈ ਮਰਿਆ ਚੂਹਾ ਬਿੱਲੀ ਜੋ ਵੀ ਮਰਿਆ ਉੱਥੇ ਕਾਂ ਨੇ ਠੂੰਗੇ ਮਾਰਨੇ। ਇਸ ਤਰ੍ਹਾਂ ਭਟਕੇ ਤੇ ਕਹਿੰਦੇ ਐਵੇਂ ਦਾ ਤੂੰ ਕਰ ਰਿਹਾ ਭਾਈ, ਐਵੇਂ ਦਾ ਤੂੰ ਝੂਠੇ ਧੰਦਿਆਂ ਵਾਂਗੂ ਕਰ ਰਿਹਾ। ਔਰ ਫਿਰ ਬਾਅਦ ਵਿੱਚ ਉੱਠ ਕੇ ਸਵੇਰ ਜਦ ਤੇਰਾ ਸਵੇਰ ਹੁੰਦੀ ਹੈ ਜਦ ਹੀ ਸ਼ੁਰੂ ਹੋ ਜਾਂਦਾ। ਸਵਾਨ ਸੂਕਰ ਬਾਇਸ ਜਿਵੇਂ ਭਟਕਤ, ਝਾਲਿਓ ਊਠ। ਉਸ ਤਰ੍ਹਾਂ ਹੀ ਤੂੰ ਉੱਠ ਕੇ ਦੇ ਇਹੀ ਕੁਛ ਕਰ ਰਿਹਾ। ਦੱਸ ਦੇ ਜੇ ਕੋਈ ਤੇਰੇ ਕੋਲ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਹੈਗਾ ਤੇਰੇ ਕੋਲ ਇਸ ਤੋਂ ਇਲਾਵਾ ਕੋਈ ਚੀਜ਼ ਹੈਗੀ ਤੇ ਉਹ ਵੀ ਸਮਝਾ ਦੇ। ਹਾਂਜੀ ਵੀਰ ਜੀ। ਠੀਕ ਹੈ ਜੀ, ਬੜੀ ਸਖਤ ਬਾਣੀ ਵਰਤਦੇ ਨੇ ਬਹੁਤ। ਦੇਖੋ
ਕਿੱਡੇ ਕੈਸੇ ਜਾਨਵਰਾਂ ਦੇ ਨਾਲ ਉਹ ਮਨੁੱਖ ਦੀ ਤੁਲਨਾ ਕਰਦੇ ਆ। ਮਤਲਬ ਇਹ ਨਹੀਂ ਹੈ ਕਿ ਹੁਣ ਸੁਣ ਕੇ ਤੁਲਨਾ ਤੇ ਆਪਾਂ ਕੱਲ ਨੂੰ ਬਦਲ ਜਾਣਾ ਵਾ। ਇਹ ਤੇ ਵੈਸੇ ਹੀ ਆਪਾਂ ਫੀਲਿੰਗ ਲੈਂਦੇ ਆ, ਆਪਾਂ ਕਥਾ ਸੁਣਦੇ ਆ, ਜੋ ਸੁਣਦੇ ਆ ਉਹ ਬਾਣੀ ਚ ਫਿਟਕਾਰਾਂ ਪੈਂਦੀਆਂ ਨੇ ਤੇ ਉਹ ਫਿਰ ਥੋੜਾ ਜਿਹਾ ਚੰਗਾ ਲੱਗਦਾ ਹੈ ਕਿ ਮੈਂ ਸੰਗਤ ਕਰਦਾ। ਪਰ ਇਕੱਲੀ ਸੰਗਤ ਵੀ ਕੀ ਕਰੂਗੀ ਜੇਕਰ ਪੱਲੇ ਵੀ ਕੁਛ ਨਾ ਹੋਇਆ, ਪ੍ਰਾਪਤ ਕੁਛ ਨਹੀਂ ਕੀਤਾ। ਫਿਰ ਉਹ ਕਹਿੰਦੇ ਨੇ ਸਾਧ ਸੰਗ ਕਬੂ ਨਾ ਕੀਨੀ, ਰਹੋ ਧੰਦੇ ਝੂਠ। ਇੱਕ ਮਿੰਟ ਉਹ ਤੱਕ ਬੋਲੋ ਨਹੀਂ ਸਰ। ਅਵਰ ਕਾਜ तेरे किते ना काम, मिल साध संगत भज केवल नाम। आया भाई देख लो, आया साध संगत देख लो। ਉਹ ਕਹਿੰਦੇ ਆ ਕਿ ਤੇਰੇ ਦੂਜੇ A to Z ਤੇਰੇ ਕੰਮ ਜਿਹੜੇ ਨਾ ਉਹ ਤੇਰੇ ਕਿਸੇ ਕੰਮ ਦੇ ਨਹੀਂ ਹੈਗੇ। ਪਰ ਤੂੰ ਕਹਿੰਦਾ ਕਿ ਮੈਨੂੰ ਜ਼ਹਿਰ ਖਾਣ ਨੂੰ ਟਾਈਮ ਨਹੀਂ ਆ। ਉਹ ਤੂੰ ਜਿਹੜੇ ਕੰਮਾਂ ਦੇ ਪਿੱਛੇ ਭੱਜ ਰਿਹਾ ਉਹ ਕੁਛ ਨਹੀਂ ਹੈਗਾ। ਤੂੰ ਖਾਲੀ ਹੱਥ ਆਇਆ ਸਾਂ, ਤੂੰ ਖਾਲੀ ਹੱਥ ਜਾਣਾ ਹੈ। ਪਰ ਪੰਗਾ ਤੂੰ ਇਹ ਪਾ ਲੈਣਾ ਹੀ ਜਦੋਂ ਤੂੰ ਗੰਦਮੰਦ ਦੇ ਨਾਲ ਸਵਾਹ ਦੀ ਪੰਡ ਲੈ ਗਿਆ, ਫਿਰ ਬਹੁਤ ਗਹਿਰਾ ਜਾਏਗਾ, ਬਹੁਤ ਔਖਾ ਉੱਥੋਂ ਆਉਣਾ। ਇਹ ਬੜਾ ਵਧੀਆ ਆਖਰੀ ਡੰਡਾ ਹੈ। ਇੱਥੇ ਪਤਾ ਕੀ ਹੁੰਦਾ, ਬਾਣੀ ਫੇਰ ਕਹਿੰਦੀ ਆ ਕਾਲ ਕਰੇ ਕੁਛ ਹੱਥੋਂ ਦੇ, ਨਾਨਕ ਸੱਚ ਪਛਾਣੇ। ਰਾਹ ਪਛਾਣੇ ਸੇ। ਹਾਂ, ਰਾਹ ਪਛਾਣੇ। ਉਹ ਬੰਦਾ ਪਛਾਣਦਾ ਜਿਹੜਾ ਮਿਹਨਤ ਕਰਦਾ। ਹੁਣ ਆ ਵੇਖੋ ਬਾਬੇ ਬਣਤੇ ਜਾਂਦੇ ਨੇ, ਘਰ ਛੱਡ ਦਿੰਦੇ ਨੇ, ਉੱਥੇ ਆਸ਼ਰਮ ਬਣਾ ਲੈਂਦੇ ਨੇ, ਆਸ਼ਰਮਾਂ ਦੇ ਵਿੱਚ ਚੇਲੇ ਇਕੱਠੇ ਕਰਕੇ ਉਹ ਫੇਰ ਘਰ ਬਣਾ ਲੈਂਦੇ। ਬਿਲਕੁਲ। ਉਹ ਕਹਿੰਦਾ ਸੀ ਪਹਿਲਾਂ ਤਾਂ ਚਲੋ ਉਹ ਛੋਟੇ ਖੱਡੇ 'ਚ ਡਿੱਗਿਆ, ਫਿਰ ਵੱਡੇ ਖੱਡੇ 'ਚ ਡਿੱਗ ਜਾਂਦੇ। ਇਸੇ ਤਰ੍ਹਾਂ ਦੇ ਕਈ ਇਨਸਾਨ ਹੁੰਦੇ ਨੇ। ਬਾਣੀ ਇਹ ਕਹਿੰਦੀ ਹੈ ਸਾਧ ਸੰਗ ਕਬੂ ਨਾ ਕੀਨੀ, ਕਿਉਂਕਿ ਸਾਧ ਸੰਗਤ 'ਚ ਗਿਆ ਤੇ ਉਹਨਾਂ ਰੌਲਾ ਪਾ ਦੇਣਾ। ਬਿਲਕੁਲ। ਉੱਥੇ ਤੂੰ ਬਹਿ ਵੀ ਗਿਆ ਨਾ, 2 ਦਿਨ 'ਚ ਗਰੁੱਪ ਛੱਡ ਕੇ ਭੱਜ ਜਾਏਗਾ। ਪਹਿਲੀ ਗੱਲ ਤੇ ਮਾਈ ਦਾ ਲਾਲੀ ਆ, 3-4 ਮਹੀਨੇ ਟਿਕਦਾ ਉੱਥੇ। ਬਹੁਤ ਚਪੇੜ ਪੈਂਦੀ ਉੱਥੇ ਬਾਣੀ ਦੀ, ਕਿਉਂਕਿ ਬਾਣੀ ਨੇ ਜਦੋਂ ਸਾਹਮਣੇ ਸਾਡੇ ਤੇ ਅਟੈਕ ਕਰਨਾ ਹੈ ਨਾ, ਤੇ ਬਾਣੀ ਨੇ ਸਾਨੂੰ ਨੰਗਾ ਕਰ ਦੇਣਾ। ਬਿਲਕੁਲ। ਆ ਦੇਖੋ ਹੁਣ ਕੰਪੇਅਰ ਕਾਹਦੇ ਨਾਲ ਕਰ ਰਹੇ ਆ, ਕੁੱਤੇ ਦੇ ਨਾਲ, ਸੂਰ ਦੇ ਨਾਲ, ਕਾਂ ਦੇ ਨਾਲ ਤਾਂ ਕੰਪੇਅਰ ਕਰ ਰਹੇ। ਇਹਨਾਂ ਨੂੰ ਕਹੋ ਕਥਾ ਕਰੋ ਆ ਬਾਣੀ, ਆ ਕਿਦੋਂ ਕਥਾ ਕਰਨੀ ਹੈ ਬਾਣੀ ਦੀ? ਹੈ ਇਹ ਕਿਹੜਾ ਚਾਂਦਨੀ ਚਾਂਦਨੀ ਰਾਤ ਚੜ੍ਹਨੀ ਆ ਜਦੋਂ ਇਹਨਾਂ ਨੇ ਕਰਨਾ? ਇਹ ਕਥਾ ਕਿੱਦਣ ਹੋਣੀ ਆ? ਇਹਦੀ ਤੇ ਲੋੜ ਹੈ, ਕਲਯੁਗ ਦਾ ਟਾਈਮ ਹੈ। ਬਿਲਕੁਲ। ਹਾਂ, ਫਿਰ ਪੰਗਾ ਪੈ ਜਾਣਾ। ਇਸ ਕਰਕੇ ਉਹ ਕਹਿੰਦੇ ਨਹੀਂ, ਇਹ ਬਾਣੀ ਦੀ ਕਥਾ ਨਾ ਕਰੋ, ਇਹਨੂੰ ਲੁਕਾ ਦਿਓ, ਇਹਨੂੰ ਢੱਕ ਕੇ ਰੱਖੀਏ, ਮੱਥਾ ਟੇਕ ਕੇ ਤੇ ਚੱਲ ਨੂੰ ਚੱਲ ਜਾ ਕਰੋ। ਬਸ ਮੱਥਾ ਟੇਕੋ, ਪੈਸੇ ਦੋ, ਕੰਮ ਸਸਤਾ ਹੀ ਆ। ਸਰਪੰਚਾਂ ਦਾ ਕਿਹਾ ਸਿਰ ਮੱਥੇ ਤੇ, ਪਨਾਲਾ ਉੱਥੇ ਦਾ ਉੱਥੇ। ਨਜਰ ਸਾਹਿਬ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਆ। ਹੁਣ ਇਹ ਨਹੀਂ ਕਹਿੰਦੇ ਸਰਪੰਚ ਨੂੰ ਮਨਾ ਥੋੜੀ ਕਰਦੇ ਕਿ ਨਹੀਂ ਪਨਾਲਾ ਹੀ ਪਿੱਛੇ ਨਹੀਂ ਕਰਨਾ, ਉਹ ਕਹਿੰਦੇ ਜ਼ਰੂਰ। ਉਹ ਕਹਿੰਦੇ ਬਾਬਾ ਜੀ ਉਹ ਸ਼ਬਦ ਪੜੋ ਜਿਹੜਾ ਹੈਗਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਬਸ ਉਹ ਵੀ ਹੈ ਸ਼ਬਦ ਦਾ, ਉਹ ਵੀ ਜੇ ਪੜ੍ਹ ਕੇ ਉਹਦਾ ਵੀ ਮੀਨਿੰਗ ਲੈ ਲੈਣ ਨਾ, ਤੇ ਉਹਨੇ ਵੀ ਇਹੀ ਗੱਲ ਕਹਿਣੀ ਆ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਕੀ ਨਦਰ? ਨਿਮਕ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਆਇਆ ਲੱਖ ਖੁਸ਼ੀਆਂ ਪਾਤਸ਼ਾਹੀਆਂ, ਨਿਮਕ ਨਾਮ ਮੰਗ ਰਹੇ ਉਹਦੇ ਵਿੱਚ ਵੀ। ਉਹ ਵੀ ਇਹਨਾਂ ਨੇ ਬਸ ਖੁਸ਼ੀਆਂ ਪਾਤਸ਼ਾਹੀਆਂ ਦੇਖਣੀਆਂ, ਇਹ ਨਾਮ ਵਾਲੀ ਗੱਲ ਫਿਰ ਭੁੱਲ ਜਾਣੀ ਇਹਨਾਂ ਨੇ। ਉਧਰ ਦਾ ਉਹ ਤੁਕ ਦਾ ਤਾਂ ਧਿਆਨ ਹੀ ਨਹੀਂ ਕਰਨਾ। ਹਾਂਜੀ ਵੀਰ ਜੀ। ਮਸਕੀਨ ਸਾਹਿਬ ਕਥਾ ਕਰਦੇ ਹੁੰਦੇ ਤੇ ਉਹ ਕਹਿੰਦੇ ਕਿ ਮੈਂ ਕਥਾ ਕਰਨ ਗਿਆ, ਉੱਥੇ ਕੋਈ ਮੌਤ ਦੀ ਕਥਾ ਆ ਗਈ ਵਿੱਚ, ਤੇ ਉਹ ਮਾਤਾ ਕਹਿੰਦੀ ਜੀ ਖੁਸ਼ੀਆਂ ਭਰਾ ਦਿਨ ਸੀ, ਤੁਸੀਂ ਮੌਤ ਤੇ ਕਥਾ ਕਰਕੇ ਸਾਰਾ ਸਵਾਦ ਖਰਾਬ ਕਰਕੇ ਰੱਖਤਾ। ਮਸਕੀਨ ਸਾਹਿਬ ਕਹਿੰਦੇ ਹੁਣ ਮੈਂ ਕੀ ਕਰਾਂ, ਕਥਾ ਤੇ ਹੋ ਗਈ ਆ। ਤੇ ਬੰਦਾ ਕੌਣ ਮੌਤ ਨੂੰ ਯਾਦ ਕਰਨਾ ਚਾਹੁੰਦਾ? ਆਖਰ ਤੱਕ ਨਹੀਂ ਬੰਦਾ ਮੰਨਦਾ ਮੈਂ ਮਰਨਾ, ਕੋਈ ਨਹੀਂ ਮੰਨਣਾ ਚਾਹੁੰਦਾ। ਠੀਕ ਹੈ ਜੀ, ਸਾਰੇ ਪਿੰਡ ਵਾਲਾ ਸਾੜ ਆਉਂਦਾ ਬੰਦਾ, ਉਹਨੂੰ ਨੀ ਪਤਾ ਮੈਨੂੰ ਵੀ ਸਾੜਨਾ ਕਹਿ ਦੇਣਾ। ਆਹ ਸਰੀਰ ਸਾਡੇ ਨੂੰ ਇੱਕ ਦਿਨ ਆਉਣਾ ਟਾਈਮ, ਲੋਕਾਂ ਚੁੱਕ ਕੇ ਲੈ ਜਾਣਾ ਵਾ ਤੁਹਾਨੂੰ। ਬਿਲਕੁਲ। ਤੁਹਾਡੀ ਕੋਈ ਨੀ ਚੱਲਣੀ। ਹੁਣ ਇਹਨੂੰ ਚੱਕੋ ਜੀ ਲੱਦੀਏ ਜਾਓ। ਅੱਜ ਕੱਲ ਪਹਿਲਾਂ ਤੇ ਵੈਸੇ ਖੜ ਦਿੰਦੇ ਸੀ ਮੋਢਿਆਂ ਮਾਢਿਆਂ ਤੇ, ਥੋੜਾ ਬਹੁਤਾ ਹਿਸਾਬ ਦਾ ਵੀ। ਅੱਜ ਕੱਲ ਕਹਿੰਦੇ ਟਰਾਲੀ ਚ ਲੰਮੇ ਪਾਓ ਇਹਨੂੰ, ਟਾਈਮ ਨੀ ਉਹਦਾ। ਇਹ ਤੇ ਗਿਆ ਨਾਲ 2-3 ਹੋਰ ਲੈ ਜਾਣੇ ਨੇ। ਸਹੀ ਹੈ ਨਾ ਜੈ ਸਾਹਿਬ? ਬਿਲਕੁਲ। ਪਤਾ ਕਿਹੜੀ ਵੈਨ ਜੀ ਆਉਂਦੀ, ਉਸ 500-600 ਰੁਪਏ ਲੈਂਦੇ ਆ, ਲੱਦ ਕੇ ਬਾਹਰ ਰਮਾਨ ਨਾਲ ਲੈ ਜਾਂਦੇ, ਵੇੜ ਦਿੰਦੇ ਕੰਮ। ਟਾਈਮ ਬਦਲਦਾ ਜਾ ਰਿਹਾ। ਭੁੱਲ ਭੱਲ ਗਏ। ਉਹ ਕਹਿੰਦੇ ਕੀ ਆ ਕਿਸੇ ਨੇ, ਉਹ ਕਹਿੰਦੇ ਇਹਨੂੰ ਕਾਹਦਾ ਚੁੱਕੀ ਮੋਢਿਆਂ ਤੇ, ਇਹਨੇ ਸਾਡੇ ਲਈ ਕੀ ਕੀਤਾ? ਲਿਆਓ ਟਰਾਲੀ ਤੇ ਲੱਦੀ ਕਿਤੇ ਕੰਮ ਨਬੇੜੀ। ਤੋ ਏਦਾਂ ਦਾ ਜੀਵਨ ਹੈ ਜੀ। ਸੱਚ ਤੇ ਇਹੋ ਹੀ ਆ। ਇਹਦੇ ਸਾਧ ਸੰਗ ਕਬੂ ਨਾ ਕੀਨੀ, ਰਹਿਓ ਧੰਦੇ ਝੂਠ। ਹੁਣ ਜਿਹੜਾ ਬੰਦੇ ਨੇ ਸਾਧ ਸੰਗਤ ਨਹੀਂ ਕੀਤੀ, ਸਾਧ ਸੰਗਤ ਦਾ ਮਤਲਬ ਤੇ ਇਹੋ ਹੀ ਆ ਕਿ ਸੰਗਤ ਐਸੀ ਸੰਗਤ ਜਿੰਨੇ ਸਾਡਾ ਸ਼ੀਸ਼ਾ ਸਾਡੇ ਸਾਹਮਣੇ ਸਾਫ਼ ਕਰ ਦੇਣਾ,
ਉਹਨੇ ਕਹਿਣਾ ਚਰਨਜੀਤ ਤੇ ਸ਼ਕਲ ਵੇਖ ਵੀ ਆਪਣੀ, ਤੂੰ ਕਿੱਥੇ ਬੈਠਾ, ਤੂੰ ਕੀ ਸਟੈਂਡ ਕਰਨਾ, ਤੇਰੇ ਜੀਵਨ ਦੀ ਮਕਸਦ ਕੀ ਹੈ, ਤੇਰੇ ਜੀਵਨ ਦੀ ਪ੍ਰਾਪਤੀ ਕੀ ਹੈ, ਕੀ ਲੱਭੇ ਤੂੰ। ਅੱਜ ਦਾ ਅੱਜ ਚਰਨਜੀਤ ਤੈਨੂੰ ਰਾਤ ਨੂੰ ਜਾਣਾ ਪੈਣਾ ਹੀ, ਤੇਰੇ ਪੱਲੇ ਕੁਛ ਹੈ ਔਰ ਤੈਨੂੰ ਪਤਾ ਹੈ ਤੂੰ ਹੈ ਕੌਣ। ਤੂੰ ਜਿਹੜਾ ਤੇਰਾ ਸਵਾਲ ਸੀ ਤੂੰ ਲੱਭ ਤੂੰ ਕੌਣ ਆ। ਹਾਂ ਉਹ ਆਈ ਐਮ, ਮੈਂ ਕੌਣ ਆ, ਤੂੰ ਉਹ ਸਵਾਲ ਹੱਲ ਕੀਤਾ ਹੀ ਬਸ। ਮੈਂ ਕਹਿਣਾ ਨਿੱਜਰ ਸਾਹਿਬ ਮੈਂ ਸ਼ਿਪ ਤੇ ਕੰਮ ਬਹੁਤ ਕੀਤਾ। ਦੇਖ ਲਓ ਮੈਂ ਹੋਰ ਬੜੇ ਸਵਾਲ ਹੱਲ ਕੀਤੇ। ਕਹਿੰਦੇ ਸਾਨੂੰ ਪਤਾ ਮਾਮਾ ਜਿਹੜੇ ਤੂੰ ਸਵਾਲ ਹੱਲ ਕੀਤੇ, ਜਿਹੜਾ ਮੈਂ ਸਵਾਲ ਹੀ ਹੱਲ ਕੀਤਾ। ਹਾਂ ਮੈਂ ਗੋਰਖੀ ਸਾਹਿਬ ਮੈਂ ਵੀ ਕਹਿ ਦੇਣਾ ਕਿ ਮੈਂ ਕਥਾ ਬਥੇਰੀ ਕੀਤੀ ਆ, ਉਹਨਾਂ ਨੇ ਕਹਿਣਾ ਤੂੰ ਆਪ ਅੰਦਰ ਵੜਿਆ, ਤੂੰ ਕੌਣ ਹੈ ਦੱਸ ਦੇ। ਠੀਕ ਹੈ ਜੀ, ਉਹਨਾਂ ਕਹਿਣਾ ਕਿ ਤੇਰੀ ਕਥਾ ਕਰਦੇ ਹੋ ਆਇਆ, ਚੱਲ ਪਹਿਲਾਂ ਹੀ ਦੱਸਦਾ ਹੋ ਕਿ ਲੋਕਾਂ ਨੂੰ ਸੁਣਾਈ ਗਿਆ ਨਾ ਅਵਰ ਉਪਦੇਸ਼ੀ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ, ਤੇ ਤੂੰ ਕਥਾ ਬਾਣੀ ਤੁਕ ਨਹੀਂ ਪੜੀ। ਬਿਲਕੁਲ ਦੇਖ ਲਓ ਭਾਈ, ਪੜੀ ਤੇ ਸੀ। ਉਹਨਾਂ ਕਹਿਣਾ ਤੁਕ ਵਿੱਚ ਲਿਖੀ, ਤੂੰ ਇਹ ਨਹੀਂ ਪੜੀ ਹੋਏ। ਮੈਂ ਕਹਿਣਾ ਪੜੀ ਤੇ ਸੀ ਪਰ ਧਿਆਨ ਜਿਹਾ ਘੱਟ ਹੀ ਗਿਆ ਹੈ। ਦੇਖ ਲਓ ਰੂਲ ਜਿਹੜਾ ਸਾਰਿਆਂ ਵਾਸਤੇ ਸੇਮ ਆ ਭਾਈ, ਕਹਿਣ ਦਾ ਭਾਵ ਸਾਡਾ ਇਹੀ ਹੈਗਾ ਵੀ ਸਾਰਿਆਂ ਵਾਸਤੇ ਰੂਲ ਸੇਮ ਆ, ਬਸ ਇੱਕੋ ਹੀ ਗੱਲ। ਸਹੀ। ਹਾਂਜੀ ਕਹਿੰਦੇ ਫਿਰ ਅਗਲੇ ਬੰਨੇ ਕਹਿੰਦੇ ਸਾਧ ਸੰਗਤ ਹੋ ਕੇ ਚਲੀ ਉੱਪਰ, ਕਹਿੰਦੇ ਸੁਆਨ ਸੂਕਰ ਬਾਇਸ ਜਿਵੇਂ ਭਟਕਤ ਚਾਲਿਓ ਊਠ। ਤੇ ਕਹਿੰਦੇ ਕਿ ਵੇਖ ਲਓ ਇਹ ਜਿਹੜੇ ਜਾਨਵਰ ਆ, ਇਹ ਵੇਖ ਕੇ ਤਾਂ ਭਟਕਦੇ ਫਿਰਦੇ, ਕੁੱਤੇ ਲੱਭਦੇ ਫਿਰਦੇ, ਸੂਰ ਹੈ ਵੀ ਰੂੜੀਆਂ ਤੇ ਘੁੰਮੀ ਜਾਂਦਾ, ਤੇ ਕਾਂ ਬਸ ਬਿਨਾਂ ਮਤਲਬ ਦੀ ਭਟਕਣਾ, ਬਿਸਟਾ ਖਾਂਦੇ ਆ ਬਿਸਟਾ। ਤੇ ਕਹਿੰਦਾ ਤੂੰ ਨੀ ਵੇਂਦਾ, ਤੂੰ ਤੇਰਾ ਆਹਾਰ ਜਿਹੜਾ ਲੱਭਦਾ ਫਿਰਦਾ ਤੂੰ ਵੀ ਬਿਸਟਾ ਹੀ ਖਾਂਦੇ ਆ। ਬਿਲਕੁਲ, ਇਹਨਾਂ ਤੋਂ ਇਲਾਵਾ ਨਹੀਂ ਹੈਗਾ ਤੇਰੇ ਕੋਲ, ਆਹੀ ਹੈ। ਜਿਸ ਤਰ੍ਹਾਂ ਜੋ ਕੁੱਤਾ ਜਿਹੜਾ ਹੈਗਾ ਪਦਾਰਥਾਂ ਨੂੰ ਜਿਹੜਾ ਹੈਗਾ ਸਵਾਦਾਂ ਦੇ ਇੱਧਰ ਉੱਧਰ, ਜਿਹੜਾ ਤੇਰੇ ਕੋਲ ਵੀ ਇਹੀ ਕੁਛ ਹੈ, ਸੂਰ ਵਾਂਗੂ ਗੰਦਗੀ ਦੇ ਉੱਤੇ ਡਿੱਗ ਰਿਹਾ ਹੈ। ਤੇ ਬਾਇਸ ਜਿਵੇਂ ਕਾਂ ਹੈਗਾ, ਕਾਂ ਨੂੰ ਜਿਵੇਂ ਕਾਂ ਹੈਗਾ ਉਵੇਂ ਤੈਨੂੰ ਜਿਹੜਾ ਹੈਗਾ ਕਾਂ, ਜਿਵੇਂ ਪਦਾਰਥ ਭੋਗ ਦੁਨੀਆ ਦੇ ਕਾਂ ਵਾਂਗੂ ਤੈਨੂੰ ਸਾਰਾ ਪਤਾ ਹੈ, ਕਿਹੜਾ ਭੋਗ ਕਿਸ ਤਰ੍ਹਾਂ ਕਰਨਾ ਹੈ, ਕੀ ਕਰਨਾ ਹੈ, ਕਿਹੜੀ ਚੀਜ਼ ਦਾ ਸਵਾਦ ਕੀ ਹੈਗਾ, ਕਿਵੇਂ ਖਾਣਾ ਹੈ, ਕੀ ਸਾਰਾ ਕੁਛ ਤੇਰਾ ਆਹੀ ਕੁਛ ਤਾਂ ਹੈਗਾ ਹੀ ਆ, ਹੋਰ ਕੀ ਹੈਗਾ। ਉਹ ਕਹਿੰਦੇ ਨੇ ਕਿ ਸੰਪਲ ਕਰ ਦਿੰਦੇ ਆ, ਕਹਿੰਦੇ ਪਰਾਇਆ ਧਨ ਤੇ ਪਰਾਇਆ ਧਨ ਤੂੰ ਕਿੱਥੇ ਡਿੱਗਣੇ ਆ, ਕੀ ਖਾਂਦੇ ਹੈਗਾ, ਕਿੱਥੇ ਡਿੱਗਣੇ ਆ। ਹਾਂ ਇਹਦੇ ਵਿਚਾਰ ਨਹੀਂ ਕਰਦਾ, ਬਾਣੀ ਚ ਮਨਾ ਕੀਤਾ ਤੂੰ ਕਿਤੋਂ ਪੜ੍ਹਨੀ ਹੀ ਬਾਣੀ ਹੈ, ਹੁਣ ਨਹੀਂ ਪੜ੍ਹਨੀ। ਇਹ ਉੱਦਾਂ ਹੀ ਰੱਟਾ ਮਾਰ ਕੇ ਸਪੀਡ ਨਾਲ ਜਪਜੀ ਸਾਹਿਬ ਸਾਰਾ ਪੜ੍ਹ ਲਿਆ, ਜੀ ਮੈਂ ਸੁਖਮਨੀ ਸਾਹਿਬ ਪੜ੍ਹ ਲਿਆ, ਜੀ ਮੈਂ 7 ਪੜ੍ਹ ਲਏ, ਕੋਈ ਨਾ ਮੈਂ 20 ਪੜ੍ਹ ਲਏ। ਗੁਰੂ ਗੋਪਾਲ ਜੀ ਕਹਿੰਦੇ ਸਵਾ ਲੱਖ ਪਾਠ ਕਰਾਤਾ ਜੀ, ਬੜੀ ਬਹਾਦਰੀ ਕਰਤੀ ਆ। ਮੈਂ ਕਹਿੰਦਾ ਗੁਰੂ ਗੋਪਾਲ ਜੀ ਤੁਸੀਂ ਇੱਕ ਬੰਦੇ ਨੂੰ ਕਹਿ ਦਿਓ ਕਿ ਤੁਸੀਂ ਪੜ੍ਹਿਆ ਤੇ ਸਮਝ ਲਿਆ, ਗੱਲ ਖਤਮ ਹੋ ਗਈ। ਇੱਕ ਬੰਦੇ ਦੀ ਗੱਲ ਕਰੋ, ਬਸ ਤੁਸੀਂ ਪੜ੍ਹਿਆ, ਜੇ ਤੁਸੀਂ ਪੜ੍ਹਿਆ ਤੇ ਦੱਸ ਦਿਓ। ਆ ਫਿਰ ਲੋਕਾਂ ਨੂੰ ਤੇ ਨਾ ਗਲਤ ਰਾਹ ਤੁਰੀ ਜਾਓ, ਪਰਚੀਆਂ ਵੰਡ ਦਿੰਦੇ ਲੋਕਾਂ ਨੂੰ, ਲਓ ਜੀ ਪਰਚੀਆਂ ਲੈ ਲਓ। ਫਿਰ ਉਹ ਕਹਿੰਦੇ ਜੀ ਅੰਮ੍ਰਿਤ ਛਕਾਤਾ, ਕਿੰਨਾ ਛਕਾਇਆ ਜੀ, ਕੋਈ ਕਹਿੰਦਾ ਲੱਖ, ਕੋਈ ਕਹਿੰਦਾ 2 5 ਲੱਖ, ਇੰਨਾ ਸਿੰਘ ਬਣਾਤੇ। ਉਹ ਸਿੰਘ ਹੈ ਕਿੱਥੇ, ਦੇਖਦੇ ਤੇ ਹੈ ਕੋਈ ਨਾ, ਪਰ ਲੱਖਾਂ ਦੀ ਗਿਣਤੀ ਹੈ। ਤੁਸੀਂ ਵੇਖੋ ਹਰ ਸਾਲ ਕਿੰਨੇ ਲੱਖਾਂ ਬੰਦਿਆਂ ਨੂੰ ਅੰਮ੍ਰਿਤ ਛਕਾਇਆ ਜਾ ਰਿਹਾ, ਪਰ ਜੀਵਨ ਦੇ ਵਿੱਚ ਮਕਸਦ ਕੀ ਆ? ਇਹ ਕਿਉਂਕਿ ਗੁਰਸਿੱਖ ਮਤਲਬ ਕਿ ਬਾਣੀ, ਦੇਖੋ ਬਾਣੀ ਜਿਹੜੀ ਹੈ ਨਾ ਸਾਡੇ ਤਨ ਦੀ ਖੁਰਾਕ ਹੋ ਰਿਹਾ ਤੇ ਸਾਡੇ ਮਨ ਦੀ ਖੁਰਾਕ ਹੋ ਰਿਹਾ। ਇਹ ਜਿਹੜੀ ਬਾਣੀ ਜਿਹੜੀ ਗੱਲ ਬੋਲ ਰਹੇ ਨੇ ਸਾਰੇ ਸਾਡੇ ਮਨ ਦੀ ਖੁਰਾਕ ਹੈ। ਬਿਲਕੁਲ ਮਨ ਦੀ ਖੁਰਾਕ ਹੈ ਜੀ, ਪਰ ਆਪਾਂ ਤਨ ਦੀ ਖੁਰਾਕ ਬਣਾ ਕੇ ਰੱਖ ਛੱਡੀ ਹੈ। ਕੱਪੜੇ ਪਾਲੇ ਨੇ, ਬਾਹਰੋਂ ਬਹੁਤ ਵਧੀਆ ਮੇਕਅਪ ਕੀਤਾ, ਸਾਰੇ ਕਹਿੰਦੇ ਨੇ ਅਸੀਂ ਧਾਰਮਿਕ ਹੈਗੇ ਆ। ਦਿਖਣਾ ਧਾਰਮਿਕ ਬਹੁਤ ਆਸਾਨ ਆ, ਧਾਰਮਿਕ ਬਣਨਾ ਬੜਾ ਔਖਾ ਹੈ। ਔਰ ਉੱਥੇ ਤੇ ਮਜ਼ਾ, ਇਹੋ ਤੇ ਮਾਇਆ ਦਾ ਇੱਥੋਂ ਗੰਢ ਖੁੱਲਣੀ। ਹਾਂਜੀ ਨਿਜਰ ਸਾਹਿਬ ਅਗਲੀ ਤੋਂ ਬੋਲੀਏ। ਮੈਂ ਤਾਂ ਇੱਕ ਗੱਲ ਖਰੀ ਗੱਲ ਕਹਿਣਾ ਹੈ ਗੋਰਖੇ ਸਾਹਿਬ, ਬਈ ਇਹ ਬਾਣੀ ਜਿਹੜੀ ਹੈਗੀ ਨਾ ਇਹਨਾਂ ਦੇ ਕੋਲੋਂ ਖੁੱਸ ਜਾਣੀ ਹੈ, ਸਿੱਖ ਨਹੀਂ ਲੱਭਣੇ ਇਹਨਾਂ ਨੂੰ। ਬਾਣੀ ਜਿਹੜੀ ਹੈ ਬਾਣੀ ਲੈ ਲੈਣੀ ਹੈ, ਜਿਹਨੇ ਮੋਤੀ ਲੈਣੇ, ਹੀਰੇ ਮੋਤੀ ਲੈਣੇ ਦੁਨੀਆ ਦੇ ਵਿੱਚ, ਇਹਨੇ ਦੁਨੀਆ ਵਾਲਿਆਂ ਨੇ ਸਾਰਿਆਂ ਨੇ ਇਹ ਬਾਣੀ ਦਾ ਲਾਭ ਲੈ ਲੈਣਾ। ਹੁਣ ਇਹ ਬਾਣੀ ਆ ਗਈ ਆ, ਓਪਨ ਆ ਗਈ ਆ ਹੁਣ। ਹਾਂ ਨਿਜਰ ਸਾਹਿਬ ਹੁਣ ਜਿਹੜੀ ਕਥਾ ਹੋ ਚੱਲੀ ਹੈ, ਕਥਾ ਤੇ ਰਹਿੰਦੀ ਦੁਨੀਆ ਤੱਕ ਰਹਿਣੀ ਹੈ YouTube ਤੇ। ਹਾਂ ਤੇ ਬਾਣੀ ਕਹਿਣਾ ਕੀ ਚਾਹੁੰਦੀ, ਕਮ ਸੇ ਕਮ ਉਹਦਾ ਮੀਨਿੰਗ ਤੇ ਐਗਜ਼ੈਕਟਲੀ ਜੇ ਮੰਨ ਲਓ 100% ਨਹੀਂ ਦੱਸ ਸਕਦੇ, ਕਮ ਸੇ ਕਮ 5-7% ਵੀ ਅਸੀਂ ਦੱਸ ਜਾਈਏ ਤਾਂ ਬਹੁਤ ਵੱਡੀ ਗੱਲ ਹੈ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਹੈ। ਨਾਲੇ ਤੁਸੀਂ ਪੜ੍ਹੇ ਲਿਖੇ ਜੋ, ਬਾਣੀ ਸਾਹਮਣੇ ਸਿੱਧੀ, ਨਾਲੇ ਸਕਰੀਨ ਤੇ ਨਿੱਜਰ ਸਾਹਿਬ ਜਦੋਂ ਦੀ ਤੁਸੀਂ ਚਾਲੂ ਕੀਤੀ ਨਾ ਸੈਟਿੰਗ, ਸਕਰੀਨ ਤੇ ਪੜ੍ਹੀ ਜਾਓ ਤੇ ਸੁਣੀ ਜਾਓ। ਚਰਨਜੀਤ ਤੇ ਨਿੱਜਰ ਸਾਹਿਬ ਕੋਈ ਗਲਤ ਤੇ ਨਹੀਂ ਗੱਲਾਂ ਕਰ ਰਹੇ, ਜੋ ਬਾਣੀ ਚ ਲਿਖਿਆ ਅਸੀਂ ਤੇ ਇਹੀ ਬੋਲ ਰਹੇ ਹਾਂ। ਬਿਲਕੁਲ ਤੋਂ ਸਖਤ ਲਿਖਿਆ। ਆਹ ਵੇਖੋ ਕਿਲੇ ਸੂਰ ਕਹਿੰਦੇ ਨੇ, ਕਿਤੇ ਉਹ ਕਹਿੰਦੇ ਨੇ ਤੂੰ ਕਾਂ ਹੈਗਾ,
ਕਿਤੇ ਕਹਿੰਦੇ ਆ ਭਟਕਦਾ ਫਿਰਦਾ, ਕੁੱਤਾ ਹੈ। ਕਹਿੰਦੇ ਹਨ, ਕਿਉਂਕਿ ਤੂੰ ਇੱਧਰ ਤੁਰਿਆ ਫਿਰਦਾ। ਵੇਖਿਆ ਜੰਗਲੀ ਜਾਨਵਰ ਜਿਹੜੇ ਜੰਗਲੀ ਕੁੱਤੇ ਹੁੰਦੇ ਆ, ਉਹ ਕਿੱਦਾਂ ਦੂਜੇ ਦੇ ਸ਼ਿਕਾਰ ਤੇ ਕਬਜ਼ਾ ਕਰ ਲੈਂਦੇ ਨੇ। ਇਸੇ ਤਰ੍ਹਾਂ ਕਹਿੰਦੇ ਕਿ ਤੂੰ ਆਪਣੇ ਤੇ ਤੈਨੂੰ ਸਬਰ ਨਹੀਂ ਆਇਆ, ਤੂੰ ਲੋਕਾਂ ਦਾ ਵੀ ਖੋਈ ਜਾਣਦੇ ਆ। ਖੋਈ ਜਾਣਦੇ ਆ, ਬਿਲਕੁਲ। ਔਰ ਸੂਰ ਦਾ ਮਤਲਬ ਇਹ ਹੈ ਕਿ ਤੇਰੇ ਅੰਦਰ ਵਿਵੇਕ ਨਹੀਂ ਹੈਗਾ, ਤੂੰ ਜੋ ਗੰਦ ਮੰਦ ਆਈ ਜਾਂਦਾ, ਖਾਈ ਜਾਂਦਾ। ਚੱਲ ਸੂਰ ਤੇ ਮੰਨਿਆ ਸੂਰ ਸੀ, ਤੇ ਤੂੰ ਸਿਆਣਾ ਸਾ, ਤੂੰ ਕਿਉਂ ਨਹੀਂ ਆਪਣੀ ਬੁੱਧੀ ਨੂੰ ਵਰਤਿਆ? ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਅਗਲੀ ਤੁਕ ਦੇ ਵਿੱਚ, ਤੀਸਰਾ ਬੰਦ ਦੇ ਵਿੱਚ ਮਹਾਰਾਜ ਕਬੀਰ ਜੀ ਦੱਸਦੇ ਆ, ਕਹਿੰਦੇ ਵੀ ਇਹਦਾ ਰਿਜ਼ਲਟ ਕੀ ਨਿਕਲਣਾ ਹੈ, ਹੁਣ ਤੂੰ ਕਰਦਾ ਕੀ ਹੈਗਾ, ਰਿਜ਼ਲਟ ਦੱਸ ਰਹੇ ਅੱਗੇ। ਸਹੀ ਹੈ, ਚੱਲੀਏ। ਸੰਗਤ ਡਰਾਤੀ ਸਾਰੀ ਨਜ਼ਰ ਸਾਹਿਬ। ਨਹੀਂ, ਬਾਣੀ ਇਸ ਤਰ੍ਹਾਂ ਦੀ ਹੈ। ਦੇਖੋ, ਕਹਿੰਦੇ ਆਪਸ ਕੋ ਦੀਰਘ ਕਰ ਜਾਣੇ ਔਰਨ ਕੋ ਲਗ ਮਾਤ। ਕਹਿੰਦੇ ਦੇਖ ਲੈ, ਕਹਿੰਦੇ ਤੂੰ ਆਪਣੇ ਵਾਸਤੇ ਜਿਹੜਾ ਹੈਗਾ ਬਈ, ਤੈਨੂੰ ਡਿਮਾਂਡ ਹੈਗੀ, ਤੈਨੂੰ ਦੁਨੀਆ ਦੇ ਪਦਾਰਥਾਂ ਦੀ ਲੋੜ ਹੈਗੀ ਆ, ਦੂਸਰੇ ਨੂੰ ਕੋਈ ਲੋੜ ਨਹੀਂ ਹੈਗੀ। ਦੂਸਰੇ ਤੇ ਐਵੇਂ ਮੱਛਰ ਵਾਂਗੂ ਹੈਗੇ। ਕਹਿੰਦੇ ਆਪਣੇ ਆਪ ਨੂੰ ਤਾਂ ਸਮਝਦਾ ਮੈਂ ਤਾਂ ਦੀਰਘ, ਕਹਿੰਦੇ ਬਹੁਤ ਬਹੁਤ ਵੱਡਾ ਹੈਗਾ। ਬਾਕੀਆਂ ਨੂੰ ਤਾਂ ਕਹਿੰਦੇ ਲਗਾ ਮਾਤਰਾ ਹੀ ਸਮਝਦਾ ਹੈ ਤੂੰ। ਆਪ ਤਾਂ ਅੱਖਰ ਹੈਗਾ ਹੈ, ਬਾਕੀ ਤਾਂ ਜਿਹੜੇ ਹੈਗੇ ਬਸ ਜਿਹੜੀ ਹੈਗੀ ਲਾਮ ਹੈਗੀ, ਦੁਲਾਮ ਹੈਗੀ, ਔਂਕੜ ਹੈਗਾ, ਬਿੰਦੀ ਹੈਗੀ, ਟਿੱਪੀ ਹੈਗੀ, ਬਾਕੀਆਂ ਨੂੰ ਇਹ ਸਮਝਦਾ ਹੈ ਭਾਈ। ਆਪਸ ਕੋ ਦੀਰਘ ਕਰ ਜਾਣਾ ਔਰਨ ਕੋ ਲਗ ਮਾਤ। ਫਿਰ ਕਹਿੰਦੇ ਕੀ ਹੋਊਗਾ? ਮਨਸਾ ਬਾਚਾ ਕਰਮਨਾ ਮੈਂ ਦੇਖੇ ਦੋਜਕ ਜਾਤ। ਕਹਿੰਦੇ ਮਨ ਕਰਕੇ ਵੀ ਔਰ ਬਚਨ ਕਰਕੇ ਵੀ ਔਰ ਕਰਮ ਕਰਕੇ ਵੀ ਜਿਹੜਾ ਹੈਗਾ, ਜਿਹੜੇ ਇਨਸਾਨ ਜਿਹੜੇ ਹੈਗੇ ਆਪਣੇ ਆਪ ਨੂੰ ਜਿਹੜੇ ਹੈਗੇ, ਆਪਣੇ ਹੰਕਾਰ, ਦੂਜਿਆਂ ਨੂੰ ਜਿਹੜੇ ਹੈਗੇ ਇਹ ਨੀਵਾਂ ਸਮਝਦੇ ਆ ਔਰ ਆਪਣੇ ਆਪ ਨੂੰ ਉੱਪਰ ਸਮਝਦੇ ਆ, ਤੇ ਕਹਿੰਦੇ ਮੈਂ ਤਾਂ ਉਹਨਾਂ ਨੂੰ ਨਰਕ ਜਾਂਦੇ, ਜੂਨਾਂ ਦੇ ਵਿੱਚ ਜਾਂਦੇ ਦੇਖਿਆ ਆ ਭਾਈ। ਹਾਂਜੀ ਵੀਰ ਜੀ। ਹਾਂਜੀ ਗੁਰਕੀ ਸਾਹਿਬ। ਹਾਂਜੀ ਨਜਰ ਸਾਹਿਬ, ਠੀਕ ਹੈ ਜੀ। ਫਿਰ ਦੇਖੋ ਜੀ, ਕਹਿੰਦੇ ਮਨਸਾ ਮਨ ਕਰਕੇ, ਬਾਚਾ ਬਚਨਾ ਕਰਕੇ, ਕਰਮਾ ਕਰਕੇ ਮੈਂ ਦੇਖੇ ਦੋਜਕ ਜਾਤ। ਮੈਂ ਵੇਖੀ ਨਕਾਰਨਾ ਕਰਕੇ ਬੰਦਾ ਦੋਜਕ ਨਰਕ 'ਚ ਜਾ ਰਿਹਾ। ਬਿਲਕੁਲ ਜਾ ਰਿਹਾ ਮਨ ਦੇ ਕਾਰਨ ਵੀ, ਕਿਉਂਕਿ ਮਨ 'ਚ ਹੋਊਗਾ ਤੇ ਬਚਣਾ ਚਾਹੂਗਾ। ਕਰਮ ਵੀ ਤਾਂ ਹੀ ਬਣੂਗਾ ਗੁਰਕੀ ਸਾਹਿਬ, ਜੇ ਮਨ 'ਚ ਪਹਿਲਾਂ ਆ ਗਿਆ ਤੇ। ਦੇਖ, ਸਭ ਤੋਂ ਪਹਿਲਾਂ ਤੁਹਾਡੇ ਚਿੱਤ 'ਚ ਆ ਗਿਆ। ਉਹ ਚਿੱਤ ਨੇ ਤੁਹਾਡੇ, ਉਹ ਮਨ ਨੇ ਵੇਖ ਲੈਣਾ ਉਹਨਾਂ ਨੂੰ, ਫਿਰ ਤੁਹਾਡੇ ਬਚਨਾਂ 'ਚ ਆ ਜਾਣਾ ਉਹਨੇ। ਬਿਲਕੁਲ। ਬਚਨ ਜੋ ਤੁਸੀਂ ਬੋਲੋਗੇ ਤੇ ਕਰੋਗੇ ਤੇ ਉਹੀ ਕੁਝ ਬਦਲ ਥੋੜੀ ਦੇਣਾ ਹੈ। ਬਿਲਕੁਲ। ਆਪਾਂ ਜੋ ਕਹਿੰਦੇ ਆ, ਆਪਾਂ ਜਿੱਦਾਂ ਦਾ ਬੋਲਦੇ ਹਾਂ, ਮੂੰਹ 'ਚ ਜੋ ਆਪਾਂ ਬੋਲਦੇ ਹਾਂ, ਆਪਾਂ ਓਦਾਂ ਹੀ ਜੀਵਨ ਬਤੀਤ ਕਰਦੇ ਹਾਂ। ਕੱਲ ਪਰਸੋਂ ਬਾਣੀ ਕੇ ਚੱਲੀ ਆਪਣੀ ਗੱਲ ਕਿ ਤੂੰ ਜੋ ਤੂੰ ਸੋਚਦਾ ਹੈ, ਤੇਰਾ ਜੀਵਨ ਉਹੀ ਬਣ ਜਾਣਾ ਵਾ। ਔਰ ਤੂੰ ਕਿਤੇ ਆਪਣੇ ਸੋਚਣ ਤੇ ਲਗਾਮ ਨਹੀਂ ਦਿੱਤੀ। ਉਹ ਬਾਣੀ ਕਹਿੰਦੀ ਧਿਆਨ ਸਿਮਰਨ ਕਰ, ਉਹਨੂੰ ਲਗਾਮ ਦੇ। ਜਿਹੜਾ ਅੰਦਰ ਤੁਰਿਆ ਫਿਰਦਾ ਵਾ, ਲੁੱਤਰ ਕਰਦਾ ਫਿਰਦਾ ਹੈ, ਸੂਰ ਆ, ਕੁੱਤਾ ਵਾ, ਕਾਂ ਵਾ, ਇਹਨੂੰ ਬੰਨਦਾ ਕਿਉਂ ਨਹੀਂ ਤੂੰ? ਬਾਣੀ ਤੇ ਕਹਿੰਦੀ ਧਿਆਨ ਸਿਮਰਨ ਦਾ ਮਤਲਬ ਵੀ ਇਹੋ ਹੈ ਕਿ ਜਿਹੜਾ ਸੂਰ ਬਣਿਆ ਤੇਰੇ ਅੰਦਰ ਆ, ਜਿਹੜਾ ਕੁੱਤਾ ਬਣੀ ਫਿਰਦਾ ਵਾ, ਜਿਹੜਾ ਕਾਂ ਬਣੀ ਫਿਰਦਾ ਵਾ, ਇਹਨੂੰ ਲਗਾਮ ਪਾ। ਜਿਹੜਾ ਤੇਰਾ ਮਨ ਭੜਕਦਾ ਫਿਰਦਾ, ਜਿਹੜਾ ਇਹ ਜਾਨਵਰਾਂ ਦੀ ਬਿਰਤੀ ਰੱਖਾਂਦੇ ਆ ਵਾ, ਕੋਈ ਸੋਚ ਵਿਚਾਰ ਨਹੀਂ, ਕੋਈ ਵਿਵੇਕ ਨਹੀਂ, ਕੋਈ ਧਰਮ ਨਹੀਂ, ਕੋਈ ਕਰਮ ਕਰਨ ਤੋਂ ਪਹਿਲਾਂ ਤੂੰ ਸੋਚਦਾ ਨਹੀਂ, ਜੋ ਤੇਰਾ ਦਿਲ ਕਰਦਾ ਤੂੰ ਕਰੀ ਜਾ ਰਿਹਾ। ਫਿਰ ਬਾਣੀ ਉਹ ਸਮਝਾ ਰਹੀ ਆ, ਕਹਿੰਦੇ ਮਨ ਕਰਕੇ। ਇਹੀ ਤਾਂ ਕਾਰਨ ਸਰੀਰ ਹੈ ਗੋਰਖੀ ਸਾਹਿਬ, ਇਹੀ ਤਾਂ ਕਾਰਨ ਸਰੀਰ ਹੈ। ਤੇ ਸੋ ਇਹ ਬਾਣੀ ਤਾਂ ਆਪਾਂ ਨੂੰ ਇਹ ਸਮਝਾ ਰਹੀ ਹੈ ਕਿ ਬਈ ਤੂੰ ਨਰਕ 'ਚ ਜਾ ਰਹੀ ਨੀ ਦੁਨੀਆ, ਪਰ ਕਹਿੰਦੇ ਦੂਜੇ ਜਾਣਦੇ ਨਹੀਂ ਜਾਣਦੇ, ਇਹ ਇੰਪੋਰਟੈਂਟ ਨਹੀਂ ਆ, ਤੂੰ ਬਚ ਜਾ। ਤੈਨੂੰ ਤਾਂ ਦੇਖੋ ਜਿਹੜੀ ਤੈਨੂੰ ਤਾਂ ਬਾਣੀ, ਤੈਨੂੰ ਜਿਹੜੀ ਹੈਗੀ, ਤੈਨੂੰ ਤਾਂ ਗਿਆਨ ਆ ਗਿਆ ਭਾਈ, ਤੂੰ ਤਾਂ ਗਿਆਨ ਲੈ ਲਾ, ਘੱਟ ਤੋਂ ਘੱਟ ਦੀਵਾ ਆ ਗਿਆ ਤੇਰੇ ਕੋਲ। ਪਰ ਸਾਧ ਸੰਗਤ ਜੀ, ਇਹ ਮਾਇਆ ਪਤਾ ਕਿੱਦਾਂ ਦੀ ਜੀ? ਕੋਈ ਵੇਖਿਆ ਨੀ ਸ਼ਹਿਦ ਦੀ ਮੱਖੀ, ਸ਼ਹਿਦ ਦੇ ਵਿੱਚ ਜਦੋਂ ਮੱਖੀ ਫਸ ਜਾਂਦੀ ਹੈ ਬੈਠੀ ਸ਼ਹਿਦ 'ਚ ਆ, ਪਰ ਮੌਤ ਆ ਉਹ। ਸ਼ਹਿਦ ਦੇ ਉੱਤੇ ਜਦੋਂ ਮੱਖੀ ਬਹਿ ਜਾਂਦੀ ਆ, ਉਹਦੀਆਂ ਲੱਤਾਂ ਨੂੰ ਸ਼ਹਿਦ ਲੱਗ ਜਾਂਦਾ, ਬਸ ਖਤਮ। ਫਿਰ ਉਹ ਬੈਠੀ ਭਾਵੇਂ ਸ਼ਹਿਦ ਤੇ ਆ, ਪਰ ਹੈ ਉਹ ਚੰਗੀ ਚੀਜ਼ ਥੋੜੀ ਹੈ ਨਿੱਜਰ ਸਾਹਿਬ। ਨਾ ਉਹਨੇ ਆਪਣੇ ਖੰਭ ਖਵਾ ਲੈਣੇ ਆ, ਉੱਥੋਂ ਉੱਠਣਾ ਨਹੀਂ ਹੈ, ਤੇ ਸ਼ਹਿਦ ਨੂੰ ਉਹਨੇ ਗੰਦਾ ਕਰ ਦੇਣਾ। ਦੋਨੋਂ ਪਾਸੇ ਨੁਕਸਾਨ। ਉਹਨੂੰ ਮਿੱਠਾ ਲੱਗਦਾ ਤਾਂ ਹੈ, ਪਰ ਉਹਦਾ ਅੰਤ, ਉਹਨੂੰ ਪਤਾ ਨਹੀਂ ਕਿ ਇਹਦੀ ਕੀਮਤ ਬੜੀ ਮਹਿੰਗੀ ਹੈ, ਮੈਨੂੰ ਮੌਤ ਮਿਲਣੀ ਇਹਦੇ ਬਦਲੇ। ਇਸੇ ਤਰ੍ਹਾਂ ਮਨੁੱਖ ਹੈ, ਜਦੋਂ ਇਹ ਇੰਦਰੀਆਂ ਦੇ ਭੋਗਾਂ ਵਿੱਚ, ਰਸਾਂ ਦੇ ਵਿੱਚ
ਆਪਣਾ ਸਮਾਂ ਬਰਬਾਦ ਕਰੀ ਜਾਂਦਾ ਹੈ। ਔਰ ਇੱਕ ਸਮਾਂ ਹੁੰਦਾ ਉਹ ਸ਼ਹਿਦ ਦੀ ਮੱਖੀ, ਸ਼ਹਿਦ ਦੇ ਵਿੱਚ ਜਦੋਂ ਮੱਖੀ ਬਹਿ ਜਾਂਦੀ ਉਹ ਜੀਵਨ ਹੋ ਜਾਂਦਾ, ਫਿਰ ਹਿੱਲ ਨਹੀਂ ਸਕਦਾ ਬਿਲਕੁਲ, ਕਿਉਂਕਿ ਲੱਤਾਂ ਖੁੱਭ ਗਈਆਂ ਨੇ ਉਹਦੀਆਂ। ਹਜੇ ਥੋੜੀ ਜਿਹੀ ਮੱਖੀ ਲੱਗੀ ਹੋਵੇ ਨਾ ਤੇ ਆਪਾਂ ਕਿਸੇ ਤਰੀਕੇ ਨੂੰ ਆਜ਼ਾਦ ਕਰ ਸਕਦੇ ਹਾਂ, ਤੇ ਜਦੋਂ ਇੱਕਦਮ ਗੜੋਚ ਹੋ ਜਾਂਦੀ ਆ ਫਿਰ ਕਿੱਥੋਂ ਨਿਕਲਦੀ ਆ? ਫਿਰ ਆਪਾਂ ਕੱਢਾਂਗੇ ਤਾਂ ਸਾਫ਼ ਵੀ ਨਹੀਂ ਹੋਣੀ। ਫਿਰ ਬਾਣੀ ਕਹਿੰਦੀ ਆ ਮਾਇਆ ਧਾਰੀ ਅਤ ਅੰਨਾ ਬੋਲਾ, ਸੁਣੇ ਨਾ ਬਹੁਤਾ ਰੋਲਾ ਕਚੋਲਾ। ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਸ਼ਬਦ ਕਿੱਥੋਂ ਸੁਣਨੇ ਆ? ਬਾਣੀ ਸੁਣਨੀ ਉਹਨੇ ਨਾ, ਉਹਨੇ ਨਹੀਂ ਸੁਣਨੀ। ਉਹਨੇ ਕਹਿਣਾ ਮੇਰੇ ਕੋਲ ਹੋਰ ਕੰਮ ਬੜੇ। ਠੀਕ ਹੈ ਜੀ, ਅੱਗੇ ਚੱਲੀਏ। ਫਿਰ ਕਹਿੰਦੇ ਆ ਅਗਲੀ ਤੁਕ ਬੋਲੋ ਨਜਰ ਸਾਹਿਬ। ਕਾਮੀ, ਕ੍ਰੋਧੀ, ਚਾਤੁਰੀ, ਬਾਜੀਗਰ, ਬੇਕਾਮ। ਕਹਿੰਦੇ ਦੇਖ ਲਾ ਤੂੰ ਇੰਨਾ ਕਾਮ ਦੇ ਵਿੱਚ ਬੰਦਾ ਜਿਹੜਾ ਨਾ 80% 90% ਜਿਹੜਾ ਹੈਗਾ ਨਾ ਉਹਦੀ ਸ਼ਕਤੀ ਜਿਹੜੀ ਹੈ, ਉਹਦਾ ਪ੍ਰਾਣ ਸ਼ਕਤੀ ਕਾਮ ਦੇ ਵਿੱਚ ਹੀ ਖਤਮ ਕਰ ਦਿੰਦਾ। ਕ੍ਰੋਧ ਦੇ ਵਿੱਚ, ਚਤੁਰਾਈਆਂ ਦੇ ਵਿੱਚ, ਅਤੇ ਆਹ ਬਾਜੀਗਰੀ ਜਿਹੜੀ ਹੈਗੀ ਕਰਦਾ ਰਹਿੰਦਾ। ਬਸ ਇਹ ਬਾਜੀਗਰ ਵਾਂਗੂ ਹੀ ਟੱਪਦਾ ਰਹਿੰਦਾ ਹੈ ਪੂਰਾ। ਬੇਕਾਮ ਕਹਿੰਦੇ ਕੋਈ ਉਹਦਾ ਮੀਨਿੰਗ ਨਹੀਂ ਹੈਗਾ, ਬੇਕਾਮ ਹੈ, ਇਹਨਾਂ ਦੀ ਵੈਲਿਊ ਹੈ ਹੀ ਨਹੀਂ ਆ, ਇਹਨਾਂ ਦੀ ਵੈਲਿਊ ਨਹੀਂ ਹੈ। ਬੇਕਾਮ ਸਾਰੇ ਦੇ ਸਾਰੇ ਬੇਕਾਮ ਹੈਗੇ। ਇਹ ਤਾਂ ਸਿਰਫ ਜਿਹੜਾ ਹੈਗਾ ਆਪਾਂ ਨੂੰ ਮਾਲਕ ਨੇ ਆਪਾਂ ਨੂੰ ਜਿਹੜਾ ਪਰਮਾਤਮਾ ਦੇ ਰਸਤੇ 'ਤੇ ਜਾਣ ਦੇ ਵਾਸਤੇ ਆਪਾਂ ਨੂੰ ਜਿਵੇਂ ਕੋਈ ਨਾ ਆਪਾਂ ਕਿਤੇ ਟਰੈਵਲ ਕਰਨਾ ਹੈ, ਕਿਸੇ ਯਾਤਰਾ 'ਤੇ ਜਾਣਾ ਹੈ, ਅਤੇ ਰਸਤੇ ਦੇ ਵਿੱਚ ਰੋਟੀ ਲੈ ਲਓ ਜੀ, ਥੋੜ੍ਹੇ ਬਿਸਕੁਟ ਲੈ ਲਓ ਸਵੇਰ ਦੇ ਵਾਸਤੇ, ਕੁਛ ਆਹ ਲੈ ਲਓ, ਪਾਣੀ ਲੈ ਲਓ, ਜੋ ਵੀ ਚੀਜ਼ ਸਮਾਨ ਇਕੱਠਾ ਕਰਕੇ ਆਪਾਂ ਲੈਂਦੇ ਹਾਂ, ਉਸ ਰਸਤੇ ਦੇ ਵਾਸਤੇ ਤੁਹਾਨੂੰ ਜਿਹੜਾ ਆਪਾਂ ਨੂੰ ਜਿਹੜਾ ਮਾਲਕ ਨੇ ਜਿਹੜਾ ਸੁਵਿਧਾਵਾਂ ਦਿੱਤੀਆਂ, ਪੇਟ ਲਾਇਆ ਹੈ। ਮਾਲਕ ਕਹਿੰਦਾ ਤੇਰਾ ਢਿੱਡ ਲਾਇਆ ਮੈਂ, ਇਸ ਕਰਕੇ ਇਹ ਕੰਮ ਜਿਹੜਾ ਔਖਾ ਕੰਮ ਹੈਗਾ, ਇਸ ਕਰਕੇ ਮੈਂ ਤੈਨੂੰ ਜਿਹੜਾ ਹੈਗਾ ਆਹ ਸਵਾਦ ਪਰਿਵਾਰ ਸਾਰਾ ਤੈਨੂੰ ਦੇ ਦਿੰਦਾ। ਇਹਦੇ ਨਾਲ ਜਿਹੜਾ ਹੈਗਾ ਇਹਨੂੰ ਜਿਹੜਾ ਮਿਨੀਮਮ 'ਤੇ ਰੱਖੀ ਔਰ ਯਾਤਰਾ ਆਪਣੀ ਜਾਰੀ ਰੱਖੀ। ਆਪਾਂ ਨੇ ਇਸੇ ਨੂੰ ਯਾਤਰਾ ਸਮਝ ਲਿਆ ਔਰ ਉੱਧਰ ਯਾਤਰਾ ਬੰਦ ਕਰ ਦਿੱਤੀ। ਗੱਲ ਤਾਂ ਆਹ ਹੈਗੀ ਆ। ਹਾਂਜੀ ਵੀਰ ਜੀ, ਠੀਕ ਹੈ ਜੀ। ਹੁਣ ਉਹ ਕਹਿੰਦੇ ਆ ਇਹਨਾਂ ਚੀਜ਼ਾਂ ਦੇ ਵਿੱਚ ਮਨੁੱਖ ਦਾ ਜੀਵਨ ਬਤੀਤ ਹੁੰਦਾ। ਹਾਂ, ਪਹਿਲਾਂ ਕਹਿੰਦੇ ਕਾਮ ਦੇ ਵਿੱਚ, ਕੰਮ ਦੇ ਵਸ ਪੈ ਕੇ ਬੰਦਾ ਆਪਣਾ ਸਮਾਂ ਬਰਬਾਦ ਕਰਦਾ ਹੈ। ਇਹ ਵੈਸੇ ਵੀ ਬਹੁਤ ਜ਼ਿਆਦਾ ਦੁਨੀਆ ਤੇ ਬੈਠੀ, ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ। ਹਾਂ, ਬੰਦਾ ਨਾ ਇਹ ਇੱਕ ਐਸਾ ਗੰਦ ਹੈਗਾ, ਬੰਦਾ ਇਹਦੇ ਵਿੱਚ ਜਿੱਦਾਂ ਡਿੱਗਦਾ ਨਾ, ਉਹਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ, ਉਹਨੂੰ ਨਹੀਂ ਪਤਾ ਲੱਗਦਾ ਕੀ ਸਹੀ ਕੀ ਗਲਤ। ਉਹ ਇੱਕ ਅੰਨਾ ਹੋ ਜਾਂਦਾ। ਜਿੱਦਾਂ ਉਹ ਵੇਖਿਆ ਨਾ ਹਾਥੀ ਨੂੰ ਫੜ ਲੈਂਦੇ ਨਾ ਅਗਲੇ ਜੰਗਲ ਦੇ ਵਿੱਚ, ਹਨਾ, ਨਕਲੀ ਉਹਨਾਂ ਹੱਥ ਨਹੀਂ ਬਣਾਈ ਹੁੰਦੀ ਆ। ਇਹਦੇ ਵਿੱਚ ਵੀ ਬੜੀ ਦੁਨੀਆ ਫਸੀ ਪਈ। ਠੀਕ ਹੈ ਜੀ। ਫਿਰ ਅੱਗੇ ਕਹਿੰਦੇ ਕ੍ਰੋਧੀ। ਕ੍ਰੋਧੀ ਵੀ ਬੰਦਾ ਕੋਈ ਵਧੀਆ ਥੋੜੀ ਹੈਗਾ। ਬਿਲਕੁਲ, ਉਹ ਵੀ ਕੋਈ ਇੱਕ ਨਰਕ ਹੀ ਹੈ ਜਿੱਥੇ ਕ੍ਰੋਧੀ ਬੰਦਾ ਬੈਠਾ। ਉਹ ਕ੍ਰੋਧੀ ਬੰਦਾ ਏਦਾਂ ਦਾ ਹੈ, ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ, ਉਹਦੇ ਤੋਂ ਜਾਨਵਰ, ਪੌਦੇ, ਪੰਛੀ ਕੁਝ ਵੀ ਨਹੀਂ ਬਚਦਾ। ਉਹ ਖੁਦ ਆਪਣੇ ਆਪ ਨੂੰ ਸੱਟ ਮਾਰ ਲੂਗਾ। ਤੁਸੀਂ ਵੇਖੋ ਕ੍ਰੋਧੀ ਬੰਦੇ ਨੇ ਕਿਰਪਾਨ ਫੜ ਕੇ ਆਪਣੇ ਢਿੱਡ 'ਚ ਮਾਰ ਲੈਣੀ। ਐਡਾ ਚੰਡਾਲ ਬੰਦਾ, ਤੇ ਐਸੇ ਬੰਦੇ ਦੇ ਨਾਲ ਰਹਿਣਾ ਕਿੰਨਾ ਔਖਾ, ਮੈਨੂੰ ਦੱਸੋ। ਉਹਦੇ ਰਹਿਣਾ ਬੜਾ ਔਖਾ। ਠੀਕ ਆ, ਥੋੜਾ ਬਹੁਤਾ ਗੁੱਸਾ ਕਰਨਾ ਜ਼ਰੂਰੀ ਆ। ਅਨੁਸ਼ਾਸਨ ਜਿੱਥੇ ਟੁੱਟਦਾ ਪਿਆ, ਮਾੜਾ ਜਿਹਾ ਰੋਸ ਰੱਖਣਾ ਪੈਂਦਾ, ਥੋੜਾ ਜਿਹਾ ਰੋਹਬ ਮਾਰਨਾ ਪੈਂਦਾ। ਦਫ਼ਤਰ 'ਚ ਤੁਸੀਂ ਮਾੜਾ ਮੋਟਾ ਨਾ ਰੱਖੋਗੇ, ਲੋਕਾਂ ਨੇ ਤੇ ਗੰਦ ਪਾ ਦੇਣਾ ਉੱਥੇ। ਪਰ ਕਹਿੰਦੇ ਕ੍ਰੋਧੀ ਜੋ ਬੋਲ ਰਿਹਾ ਉਹਨੂੰ ਪਤਾ ਨਹੀਂ, ਕ੍ਰੋਧ ਦੇ ਵਿੱਚ ਬੈਠਾ। ਠੀਕ ਹੈ ਜੀ। ਫਿਰ ਕਹਿੰਦੇ ਚਤੁਰਾਈ, ਚਾਤਰੀ, ਚਲਾਕ ਬੰਦੇ ਨੂੰ ਉਹ ਵੀ ਕਹਿੰਦੇ ਏਡੀ ਵਧੀਆ ਚੀਜ਼ ਨਹੀਂ। ਜੋ ਚਾਤੁਰੀ ਮਤਲਬ ਜਿਹੜਾ ਬੰਦਾ ਚਲਾਕੀ ਕਰਦਾ ਹੈ, ਕਹਿੰਦੇ ਬਾਜੀਗਰ। ਬਿਲਕੁਲ, ਬਾਜੀਗਰ ਮਤਲਬ ਤੂੰ ਜਿਹੜੀਆਂ ਬਾਜ਼ੀਆਂ ਮਾਰਦਾ ਫਿਰਦਾ ਨਾ, ਚਲਾਕੀਆਂ, ਮੈਂ ਉਹਨੂੰ ਟੋਪੀ ਪਾਤੀ, ਮੈਂ ਉਹਨੂੰ ਟੋਪੀ ਪਾਤੀ। ਅਸਲ 'ਚ ਤੂੰ ਕਿਸੇ ਨੂੰ ਨਹੀਂ, ਤੂੰ ਆਪਣੇ ਆਪ ਨੂੰ ਟੋਪੀਆਂ ਪਾਉਂਦੇ ਆ। ਬਿਲਕੁਲ ਸਹੀ ਗੱਲ ਹੈ। ਆਪਣੇ ਆਪ ਨੂੰ ਹੀ ਪਾ ਰਹੇ ਹਾਂ ਆਪਾਂ, ਆਪਣੇ ਆਪ ਨੂੰ ਹੀ ਪਾ ਰਹੇ ਹਾਂ, ਕਿਉਂਕਿ ਜਿਹੜਾ ਜੋ ਕੁਛ ਵੀ ਆਪਾਂ ਕਰ ਰਹੇ ਹਾਂ ਇਹਦਾ ਲੇਖਾ ਤਾਂ ਆਪਾਂ ਨਹੀਂ ਦੇਣਾ ਹੈ, ਉਹਨੇ ਥੋੜੀ ਨਾ ਦੇਣਾ ਹੈ। ਉਹ ਤਾਂ ਟੋਪੀ ਪਾ ਕੇ ਬੰਦਾ ਨਿੱਜਰ ਸਾਹਿਬ ਬੰਦਾ ਸੋਚਦਾ ਲੋਕਾਂ ਨੂੰ ਟੋਪੀਆਂ ਪਾਉਂਦੇ ਆ। ਇਹ ਨਹੀਂ ਪਤਾ ਬੇਵਕੂਫਾ ਸਭ ਤੋਂ ਵੱਡਾ ਮੂਰਖ ਹੈ ਜਿਹੜੇ ਡਾਂਗ ਤੇ ਤੂੰ ਬੈਠਾ, ਡਾਂਗ ਤੇ ਵੱਢ ਰਿਹਾ। ਪਰ ਹੁਣ ਏਦਾਂ ਥੋੜੀ ਸੋਚਦਾ। ਉਹ ਕਹਿੰਦਾ ਮੈਂ ਟੋਪੀਆਂ ਪਾਉਂਦੇ ਲੋਕਾਂ ਨੂੰ, ਵੇਖਿਆ ਟੋਪੀ ਪਾਈ 50,000 ਦੀ, ਵੇਖਿਆ ਲੱਖ ਰੁਪਏ ਦੀ ਟੋਪੀ ਪਾਈ। ਕਹਿੰਦੇ ਨਹੀਂ, ਤੂੰ ਗਲਤ ਹੈ, ਜੇ ਤੂੰ ਪਾ ਰਿਹਾ ਤੇ ਗਲਤ ਹੈ। ਬੇਕਾਰੀ ਦੇ ਕੰਮ ਨੇ, ਫਾਲਤੂ ਦੇ ਕੰਮ ਨੇ, ਨਿਕੰਮੇ ਕੰਮ ਨੇ। ਇਹੋ ਜਿਹੇ ਕੰਮਾਂ 'ਚ ਆਪਣਾ ਸਮਾਂ ਨਾ ਬਰਬਾਦ ਕਰ। ਅਜੇ ਅੱਗੇ ਚਲੀ। ਨਿੰਦਾ ਕਰਤੇ ਜਨਮ ਸਿਰਾਨੋ। ਕਹਿੰਦਾ ਨਿੰਦਾ ਕਰਦੇ ਕਰਦੇ ਆਹ ਕਾਮੀ ਕ੍ਰੋਧੀ ਚਾਤਰੀ ਬਾਜੀਗਰੀ ਕਰਦੇ ਕਰਦੇ ਨਿੰਦਾ ਕਰਦੇ ਕਰਦੇ ਜਨਮ ਹੀ ਖਤਮ ਹੋ ਗਿਆ, ਸਵਾਸ ਹੀ ਚਲੇ ਗਏ।
ਬਸ ਐਂਡ ਆ ਗਿਆ। ਕਬੂ ਨਾ ਸਿਮਰਿਓ ਨਾ ਰਾਮ, ਉਹ ਰਾਮ ਨਾਮ ਦੀ ਰਾਮ ਦਾ ਤਾਂ ਕਦੀ ਸਮਰਨ ਹੀ ਨਹੀਂ ਕੀਤਾ ਬਈ ਮੈਂ ਕੌਣ ਆ, ਮੇਰੀ ਆਪਣੀ ਆਤਮਾ। ਉਹ ਰਾਮ ਦੇ ਬਾਰੇ ਤਾਂ ਕਦੀ ਵੀ ਉੱਧਰ ਨੂੰ ਧਿਆਨ ਹੀ ਨਹੀਂ ਕੀਤਾ ਬੰਦੇ ਨੇ। ਬਸ ਨਿੰਦਾ ਕਰਦੇ ਜਨਮ ਸਿਰਾਨੋ, ਕਬੂ ਨਾ ਸਿਮਰਿਓ ਰਾਮ। ਆਖਰੀ ਹੁਣ ਆਖਰੀ ਬੰਦ, ਕਹਿ ਕਬੀਰ ਚੇਤੇ ਨਹੀਂ, ਮੂਰਖ ਮੁਗਧ ਗਵਾਰ। ਕਹਿੰਦੇ ਹੇ ਮੂਰਖਾ, ਹੇ ਮੁਗਧ ਕਹਿੰਦੇ ਆ ਜਿਹੜਾ ਮੂਰਛਿਤ ਹੋਇਆ ਪਿਆ ਬਿਲਕੁਲ, ਉਹ ਕਹਿੰਦੇ ਜੀ ਮੁਗਧ ਹੀ ਹੋ ਗਿਆ, ਉਹਨੂੰ ਦੇਖ ਕੇ ਮੁਗਧ ਹੋ ਗਿਆ ਪੂਰਾ, ਉਹਨੂੰ ਕੁਝ ਵੀ ਯਾਦ ਨਹੀਂ ਰਿਹਾ। ਮੁਗਧ ਕਹਿੰਦੇ ਮੰਤਰ ਮੁਗਧ ਹੋ ਗਿਆ ਭਾਈ, ਬਿਲਕੁਲ ਉਹਨੇ ਆਪਣੇ ਵੱਸ 'ਚ ਕਰ ਲਿਆ। ਕਹਿੰਦੇ ਇਸ ਤਰ੍ਹਾਂ ਤੂੰ ਵੀ ਮਾਇਆ ਨੇ ਤੈਨੂੰ ਆਪਣੇ ਵੱਸ 'ਚ ਕੀਤਾ ਪਿਆ। ਕਹਿ ਕਬੀਰ ਚੇਤੇ ਨਹੀਂ, ਹੁਣ ਨਹੀਂ ਚੇਤਦਾ ਤੂੰ, ਨਹੀਂ ਤੂੰ ਸਮਝ ਰਿਹਾ ਆ ਅੱਖਰ ਆ ਗੱਲ, ਕਿਉਂਕਿ ਹਾਲੇ ਜਵਾਨੀ ਹੈਗੀ ਆ ਤੇਰੇ ਅੰਦਰ, ਹਾਲੇ ਜਿਹੜਾ ਹੈਗਾ ਨਹੀਂ ਤੇਰੇ ਅੰਦਰ, ਤੈਨੂੰ ਨਹੀਂ ਹੈਗਾ ਪਤਾ ਅੱਗੇ ਵੀ ਇਹ ਸਰੀਰ ਚਲੇ ਜਾਣਾ, ਇਵੇਂ ਰਹਿਣਾ ਨਹੀਂ ਹੈ। ਕਹਿ ਕਬੀਰ ਚੇਤੇ ਨਹੀਂ, ਮੂਰਖ ਮੁਗਧ ਗਵਾਰ। ਰਾਮ ਨਾਮ ਜਾਣਿਓ ਨਹੀਂ, ਕੈਸੇ ਉਤਰਸ ਪਾਰ। ਕਹਿੰਦੇ ਰਾਮ ਨਾਮ ਦੀ ਗੱਲ, ਇਹ ਰਾਮ ਨਾਮ, ਇਹ ਧਿਆਨ ਸਿਮਰਨ, ਇਹ ਤਾਂ ਤੂੰ ਜਾਣਿਆ ਹੀ ਨਹੀਂ ਆ, ਤੇ ਬਸ ਫਿਰ ਡੁੱਬਿਆ ਡੁਬਾਇਆ ਹੈ, ਪਾਰ ਹੋਣ ਦਾ ਤਾਂ ਚਾਂਸ ਹੀ ਨਹੀਂ ਹੈ, ਸਵਾਲ ਹੀ ਨਹੀਂ ਪੈਦਾ ਹੁੰਦਾ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਕਬੀਰ ਜੀ ਕਹਿੰਦੇ ਆ, ਨਿੰਦਾ ਕਰਤੇ ਜਨਮ ਸਿਰਾਨੋ, ਕਬੂ ਨਾ ਸਿਮਰਿਓ ਰਾਮ, ਕਬੂ ਨਾ ਸਿਮਰਿਓ ਰਾਮ। ਵੀ ਤੂੰ, ਤੇਰੀ ਲਿਸਟ ਤੇ ਹੈ ਹੀ ਨਹੀਂ ਰਾਮ ਦਾ ਨਾਮ ਲੈਣ, ਬਿਲਕੁਲ ਨਹੀਂ। ਤੂੰ ਤਿਆਰੀ ਨਹੀਂ ਕਰਨੀ, ਤੂੰ ਜਿੱਥੇ ਜਾਣਾ ਤੈਨੂੰ ਪਤਾ ਨਹੀਂ, ਤੇਰਾ ਅਗਲਾ ਸਫ਼ਰ ਸ਼ੁਰੂ ਹੋਣਾ, ਉਹਦਾ ਤੂੰ ਸਿਆਣਾ, ਤੈਨੂੰ ਇੰਨਾ ਪਤਾ ਕਿ ਮੈਂ ਫਲਾਣੇ ਜਗ੍ਹਾ ਤੇ ਜਾਣਾ ਹੈ, ਰੋਟੀ ਸਭ ਨਾਲ, ਦਾਲਾਂ ਦੂਲਾਂ ਸਭ, ਤੂੰ ਪਾਣੀ ਦੀ ਬੋਤਲ ਸਭ ਕੁਝ ਰੈਡੀ ਕਰਕੇ ਰੱਖਦਾ, ਇੱਥੋਂ ਤੱਕ 1000-1500 ਰੁਪਏ ਐਕਸਟਰਾ ਰੱਖਦਾ, ਪਰ ਤੈਨੂੰ ਨਹੀਂ ਪਤਾ ਤੂੰ ਇੱਕ ਸਫ਼ਰ ਤੇ ਨਿਕਲਣਾ। ਪਾਣੀ ਚ ਤੇ ਰੌਲਾ ਪਾਇਆ ਹੋਇਆ, ਤੇਰੇ ਕੰਨ ਚ ਤੇ ਜੂ ਨਹੀਂ ਸਿੱਕਣ ਦੀ, ਤੂੰ ਤੇ ਲੰਮਾ ਪਿਆ, ਕਦੇ ਨਹੀਂ ਸੁਣਿਆ, ਸੋਚਦਾ ਨਹੀਂ, ਵਿਚਾਰ ਕਰਦਾ ਕਿ ਬਾਣੀ ਕੀ ਕਹਿਣਾ ਚਾਹੁੰਦੀ। ਬਾਣੀ ਤੋਂ ਮੱਥਾ ਟੇਕ ਕੇ ਘਰ ਆ ਕੇ ਬਹਿ ਜਾਣਾ। ਕਬੀਰ ਜੀ ਕੀ ਕਹਿ ਰਹੇ ਨੇ ਸੁਣਦਾ ਕੋਈ ਉੱਥੇ? ਉਹ ਕਹਿੰਦੇ ਨਹੀਂ, ਉਹ ਕੀ ਲਿਖਿਆ ਸਾਨੂੰ ਕੋਈ ਮਤਲਬ ਨਹੀਂ ਆ, ਸਾਨੂੰ ਤੇ ਇੰਨਾ ਸਿਖਾਇਆ ਗਿਆ ਕਿ 5 ਬਾਣੀਆਂ ਦੇ ਪਾਠ ਪੜ੍ਹਨੇ ਨੇ, ਪੜ੍ਹ ਕੇ ਤੇ ਮੁੜ ਕੇ ਇਸ਼ਨਾਨ ਕਰ ਲਓ ਤੇ ਬਸ ਆਪਣਾ ਜੀਵਨ ਬਤੀਤ ਕਰੀ। ਆਹ ਜਿਹੜੀਆਂ ਤੁਕਾਂ ਤੱਕਾਂ ਲੱਗੀਆਂ, ਇਹਨਾਂ ਨੂੰ ਕਹਿੰਦੇ ਸਾਈਡ ਤੇ ਕਰ ਦਿਓ, ਇਹ ਨਹੀਂ ਤੁਹਾਨੂੰ ਦੱਸਿਆ। ਸਾਡਾ ਫਿਜ਼ੀਕਲੀ ਐਕਟੀਵਿਟੀ ਪੂਰੀ ਹੋਣੀ ਚਾਹੀਦੀ ਆ, ਅੰਦਰੋਂ ਹੀ ਕਿੱਦਾਂ ਦੇ ਇਨਸਾਨ ਆ, ਕੋਈ ਇੰਪਰੂਵਮੈਂਟ ਹੋਈ ਆ, ਕੋਈ ਤਰੱਕੀ ਹੋਈ ਆ, ਕੋਈ ਡਿਵੈਲਪਮੈਂਟ ਹੋਈ ਆ, ਕੋਈ ਉਹਦੇ ਬਾਰੇ ਉਹ ਜ਼ਿਆਦਾ ਡੀਪ ਕੁਐਸਚਨ ਨੇ, ਉਹ ਨਹੀਂ, ਉਹ ਕੋਈ ਸਾਦੀ, ਉਹ ਸਾਡਾ ਨਹੀਂ ਮਸਲਾ। ਉਹ ਸਮਾਧੀਆਂ ਸਮੂਧੀਆਂ ਲਾਉਣੀਆਂ, ਉਹ ਇਹਨਾਂ ਜੋਗੀਆਂ ਦਾ ਕੰਮ ਹੈ, ਜੋਗ ਮਤ ਹੈਗਾ। ਜਿੱਥੇ ਕੋਈ ਸੰਗਤ ਕਰਦੇ ਆ, ਸੰਗਤ ਸੁਣਦੇ ਨਹੀਂ, ਕਥਾ ਸੁਣਨੇ ਸਾਰਾ ਦਿਨ, ਪਰ ਕਥਾ ਚ ਕੀ ਕਿਹਾ ਜਾਂਦਾ ਉਹ ਨਹੀਂ ਸਾਨੂੰ ਪਤਾ। ਉਹ ਬਾਬਾ ਜਿਹੜਾ ਸੁਣਾ ਰਿਹਾ ਉਹ ਵੀ ਬੇਹੋਸ਼, ਜਿਹੜੇ ਸੁਣਦੇ ਉਹ ਵੀ ਬੇਹੋਸ਼, ਪਰ ਅਸਰ ਵੀ ਉਹਨਾਂ ਕੀ ਹੋਣਾ। ਉਹ ਚੀਜ਼ ਦੇਣ ਦੇ ਲਈ ਪੱਲੇ ਵੀ ਚਾਹੀਦੀ ਹੈ, ਉਹ ਅਸਰ ਨਹੀਂ ਹੋਊਗਾ ਤੁਹਾਡੇ ਤੇ। ਅੱਖਰਾਂ ਦੇ ਨਾਲ ਕਿੱਦਾਂ ਕੋਈ ਦੇ ਦੂਗਾ ਜਦੋਂ ਹੈ ਹੀ ਨਹੀਂ। ਮੈਂ ਦਿੰਦਾ ਤੁਹਾਨੂੰ ਭਰ ਕੇ ਚੈੱਕ ਇੱਥੇ 50-50 ਲੱਖ ਦੇ, ਮੇਰੀ ਬੈਂਕ ਚ ਪੈਸਾ ਵੀ ਤੇ ਚਾਹੀਦਾ ਨਾ। ਮੇਰਾ ਤਾਂ ਖਾਤਾ ਆਪਣਾ ਨਹੀਂ ਵਿਚਾਰੇ ਦਾ ਖੁੱਲਿਆ, ਉਹ ਚੈੱਕ ਮੈਂ ਤੁਹਾਨੂੰ ਕੱਟ ਕੇ ਦੇਈ ਜਾਂਦਾ। ਉਹ ਜੇ ਬਾਬੇ ਦੇਈ ਜਾਂਦੇ ਲੋਕਾਂ ਨੂੰ ਚੈੱਕ ਕੱਟ ਕੇ, ਲਿਆਓ ਜੀ। ਉਹ ਬਾਬਾ ਰੂਮੀ ਲੋਕਾਂ ਦੇ ਗੋਡੇ ਠੀਕ ਕਰਦਾ ਵਾ, ਆਪ ਉਹਨੂੰ 3-4 ਬੰਦੇ ਸਟੇਜ ਤੇ ਚੜ੍ਹਦੇ ਆ, ਲੋਕੀ ਹਜੇ ਵੀ ਮੰਨਦੇ ਥੋੜੀ ਆ ਕਿ ਬਾਬੇ ਦੇ ਗੋਡੇ ਨੀ ਕੰਮ ਕਰਦੇ। ਲੋਕੀ ਸੋਚਦੇ ਕਿ ਇਹਨੇ ਪਤਾ ਨੀ ਕੀ ਸ਼ਕਤੀ ਮਾਰ ਦੇਣੀ ਆ ਤੇ ਸਾਡਾ ਗੋਡੇ ਗੱਡੇ ਸਾਰਾ ਸਰੀਰ ਠੀਕ ਹੋ ਜਾਊਗਾ। ਐਸੀ ਦੁਨੀਆ ਤੇ ਅਨਪੜ੍ਹਤਾ। ਦੇਖੋ ਸਾਡੇ ਗੁਰੂਆਂ ਨੇ ਤੇ ਨਹੀਂ ਕਿਤੇ ਕਿਹਾ। ਆਪ ਨਿੱਜਰ ਸਾਹਿਬ ਬਾਣੀ ਚ ਲਿਖੀ ਕੋਈ ਤੁਕ ਤੁਹਾਨੂੰ ਮਿਲੀ ਹੈ ਜਿੱਥੇ ਸ਼ਕਤੀ ਮਾਰ ਕੇ ਬਾਬਾ ਜੀ ਨੇ ਤੁਹਾਡੀਆਂ ਲੱਤਾਂ ਸਹੀ ਕਰਤੀਆਂ, ਗੋਡੇ ਸਹੀ ਕਰਤੇ ਆ? ਏਦਾਂ ਦੀ ਕਹਾਣੀ ਹੋਈ ਆ? ਨਾ, ਬਿਲਕੁਲ ਨਹੀਂ। ਆਪ ਜਸਟ ਸੋਚੋ, ਬਾਣੀ ਚ ਜੇ ਨਹੀਂ ਹੈਗਾ ਤੇ ਬਾਹਰ ਕਿਉਂ ਲੋਕ ਏਦਾਂ ਕਰਦੇ ਨੇ? ਉਹਦਾ ਕਾਰਨ ਹੀ ਇਹੋ ਆ ਕਿ ਇਹ ਇਨਸਾਨ ਬਹੁਤ ਚਲਾਕ ਆ, ਇਹ ਤੁਹਾਨੂੰ ਬਿਨਾਂ ਚਲਾਕੀ ਦੇ ਨਹੀਂ ਫਸਾ ਸਕਦਾ। ਆ ਵੇਖੇ ਨੇ ਚਲਾਕੀਆਂ ਚੱਲਦੇ ਨੇ, ਲੋਕ ਕਹਿੰਦੇ ਨੇ ਇੱਥੇ ਫਲਾਨਾ ਕੰਮ ਕਰੋ ਤੁਹਾਡੀ ਮਨ ਦੀ ਇੱਛਾ ਪੂਰੀ ਹੋ ਜਾਊਗੀ। ਇਹ ਸਭ ਇਨਸਾਨ ਦੀਆਂ ਚਲਾਕੀਆਂ ਨੇ। ਬਿਲਕੁਲ ਹੀ ਉਹ ਜਿਹੜੇ ਹਿੰਦੂਆਂ ਦੇ ਤੀਰਥ ਸਥਾਨ ਸੀ ਉਹਨਾਂ ਨੂੰ ਕਾਪੀ ਕਰ ਲਿਆ ਲੋਕਾਂ ਨੇ। ਗੋਰਖੀ ਸਾਹਿਬ ਚੜਾਵਾ ਕਿਵੇਂ ਆਊਗਾ? ਉਹਨਾਂ ਦੀ ਦੁਕਾਨ ਕਿਵੇਂ ਚੱਲੂਗੀ ਪੁਜਾਰੀਆਂ ਦੀ? ਤੁਸੀਂ ਇਹ ਦੱਸੋ। ਜੇ ਨਹੀਂ ਇਸ ਤਰ੍ਹਾਂ ਕਾਪੀ ਕਰਦੇ ਤੇ ਚੜਾਵਾ ਕਿਵੇਂ ਆਉਣਾ ਸੀ? ਉਹ ਮਹਾਰਾਜ ਨੇ ਜਿਹੜਾ ਹੈਗਾ
ਇਹੀ ਤਾਂ ਦੱਸਿਆ ਸੀ ਆਪਾਂ ਨੂੰ, ਇਹੀ ਤਾਂ ਇੱਥੋਂ ਹੀ ਤਾਂ ਕੱਢਿਆ ਸੀਗਾ ਮਹਾਰਾਜ ਨੇ ਵੀ ਕਰਮ ਕਾਂਡਾਂ 'ਚੋਂ ਇਹ ਮੂਰਤੀ ਪੂਜਾ ਅਤੇ ਇਹ ਜਿਹੜੀ ਹੈਗੀ ਆ ਇੱਕ ਬਈ ਇੱਥੇ ਹੀ ਰੱਬ ਹੈਗਾ ਇਸ ਜਗ੍ਹਾ। ਉਹੀ ਕਹਿੰਦੇ ਮੰਦਿਰ ਦੇ ਵਿੱਚ ਰੱਬ ਆ, ਬਾਕੀ ਸਾਰੀ ਦੁਨੀਆ ਜਿਹੜੀ ਮੰਦਿਰ 'ਚ ਸ਼ੂਦਰਾਂ ਨੂੰ ਅਲਾਓ ਨਹੀਂ ਕਰਦੇ ਸੀ ਅਗਲੇ। ਉਹ ਵਿਚਾਰੇ ਜਿਹੜੇ ਹੈਗੇ ਉਹ ਬਗੈਰ ਰੱਬ ਦੇ ਹੀ ਰਹਿ ਜਾਂਦੇ ਸੀਗੇ। ਉਹਨਾਂ ਨੂੰ ਤਾਂ ਕਹਿੰਦੇ ਮੰਤਰ ਹੀ ਨਹੀਂ ਬੋਲ ਸਕਦੇ। ਉਹਨਾਂ ਦੇ ਤਾਂ ਜਿਹੜਾ ਸ਼ੂਦਰ ਜਿਹੜਾ ਹੈਗਾ ਜੀਭ ਵੀ ਵੱਢ ਦਿੰਦੇ ਸੀਗੇ ਉਹਦੀ। ਤੁਸੀਂ ਦੇਖੋ ਤਾਂ ਸਹੀ ਮਨੂੰ ਦੀਆਂ ਸਿਮਰਤੀਆਂ। ਫਿਰ ਫਿਰ ਵੀ ਨਹੀਂ ਹਟਦਾ, ਮਾੜਾ ਕੁਛ ਕੰਨ ਦੇ ਵਿੱਚ ਸਿੱਕਾ ਢਾਲ ਕੇ ਪਾ ਦਿੰਦੇ ਸੀ। ਇਹ ਤਾਂ ਜਿਹੜੀ ਹੈਗੀ ਸਿਚੁਏਸ਼ਨ ਸੀਗੀ। ਔਰ ਇਸ ਤੋਂ ਬਾਅਦ ਇੱਥੋਂ ਗੁਰੂ ਨਾਨਕ ਸਾਹਿਬ ਨੇ ਜਿਹੜਾ ਹੈਗਾ ਆਪ ਭਗਤਾਂ ਨੇ ਸਾਰਾ ਕੱਢਿਆ ਆ। ਉਹ ਕਹਿੰਦੇ ਬਾਬਾ ਤੂੰ ਜਿਹੜਾ ਹੈਗਾ ਜਿਹੜੀ ਹੈਗੀ ਤੂੰ ਸਾਨੂੰ ਜਿਹੜਾ ਹੈਗਾ ਮੂਰਤੀ ਨਹੀਂ ਬਣਾਉਣ ਦਿੰਦਾ, ਅਸੀਂ ਜਿਹੜਾ ਹੈਗਾ ਤੇਰੀ ਬਾਣੀ ਨੂੰ ਇਸੇ ਨੂੰ ਮੂਰਤੀ ਦੀ ਤਰ੍ਹਾਂ ਬਣਾ ਦੇਣਾ ਹੈ। ਬਸ ਇਹਨੂੰ ਪੜ੍ਹਨ ਨਹੀਂ ਦੇਣਾ ਕਿਸੇ ਨੂੰ, ਨਾ ਇਹਨੂੰ ਵਿਚਾਰਨ ਦੇਣਾ ਹੈ, ਰੁਮਾਲਾਂ ਦੇ ਵਿੱਚ ਢੱਕ ਲੈਣਾ ਹੈ। ਬਸ ਇਹਦੀ ਪੂਜਾ ਕਰਾਈ ਜਾਣੀ ਆ। ਕੰਮ ਸਾਡਾ ਫਿਰ ਬਣ ਗਿਆ, ਪੈਸੇ ਫਿਰ ਆਉਣ ਲੱਗ ਗਏ ਸਾਨੂੰ। ਸਾਡਾ ਬਿਲਕੁਲ ਜਿਹੜਾ ਹੈਗਾ ਕੋਈ ਪ੍ਰੋਬਲਮ ਨਹੀਂ ਹੈ ਸਾਨੂੰ। ਹਾਂਜੀ ਵੀਰ ਜੀ, ਬਿਲਕੁਲ ਸੱਚਾਈ ਹੈ। ਜੇ ਕਿ ਕਿਸੇ ਨੂੰ ਚੁੱਭਦੀ ਆ ਤੇ ਚੁੱਭੇ ਪਾਈ। ਆਪਾਂ ਮਹਾਰਾਜ ਦੀ ਜਿਹੜੀ ਹੈਗੀ ਮਹਾਰਾਜ ਵੱਲੋਂ ਜਿਹੜੇ ਹੈਗੇ ਉਹਨਾਂ ਨੂੰ ਆਪਾਂ ਉਹਨਾਂ ਦੇ ਇਹ ਗਿਆਨ ਦੇ ਨਾਲ ਸਮਝੌਤਾ ਜਾਂ ਇਹਦੇ ਨਾਲ ਉਹ ਨਹੀਂ ਕਰ ਸਕਦੇ ਅਸੀਂ। ਹਾਂਜੀ ਵੀਰ ਜੀ। ਨਹੀਂ ਜੀ, ਉਹ ਤੇ ਬਾਣੀ ਤੇ ਮਨਾ ਕਰਦੀ ਹੈ, ਕਹਿੰਦੇ ਤੂੰ ਅੱਖਰਾਂ ਨੂੰ ਚੇਂਜ ਨਹੀਂ। ਉਹ ਕਹਿੰਦੇ ਮੁਸਲਮਾਨ ਦੀ ਜਗ੍ਹਾ ਬੇਈਮਾਨ ਕਰਤਾ ਸੀ, ਮੰਨਿਆ ਨਹੀਂ ਉਹ। ਹਾਂ ਆਪ ਜਸਟ ਸੋਚੋ, ਬਾਣੀ ਦੀ ਕਥਾ ਕਰਨੀ ਸਖਤ ਬਹੁਤ ਹੈ। ਤੇ ਜੇ ਪ੍ਰੈਸ਼ਰ ਚ ਹੋ ਕੇ ਬੰਦਾ ਉੱਥੇ ਕਥਾ ਕਰਦਾ ਤੇ ਕਿੱਦਾਂ ਦੀ ਕਥਾ ਹੋਊਗੀ? ਉਹ ਸਹੀ ਨਹੀਂ ਹੋਊਗੀ। ਫਿਰ ਜੈਸੀ ਆਵੇ ਖਸਮ ਕੀ ਬਾਣੀ ਤੈਸਾ ਕਰਾਂ ਗਿਆਨ ਵੇ ਲਾ ਲੋ। ਕਹਿੰਦੇ ਉਹ ਫਿਰ ਗਿਆਨ ਉਹ ਨਹੀਂ ਹੋਣਾ। ਬਿਲਕੁਲ ਤੇ ਸਾਹਮਣੇ ਆ। ਨਾਲੇ ਤੁਸੀਂ ਪੜ੍ਹੇ ਲਿਖੇ ਜੋ, ਅਸੀਂ ਇਹ ਚ ਗਲਤ ਵੱਧ ਘੱਟ ਲਾਵਾਂਗੇ ਤੇ ਕਿੱਦਾਂ ਲਾ ਸਕਦੇ ਹਾਂ? ਇੱਕ ਵੀਰ ਜੀ ਧਿਆਨ ਸਿਮਰਨ ਕਰਨ ਵਾਲੇ ਜਿਹੜੇ ਹੈਗੇ ਉਹ ਨਾਮ ਅਭਿਆਸੀ ਜਿਹੜੇ ਹੈਗੇ ਗੁਰਦੁਆਰੇ ਦੇ ਵਿੱਚ ਜਿਹੜੇ ਹੈਗੇ ਕੀਰਤਨੀ ਹੈ, ਬਹੁਤ ਵੱਡੇ ਕੀਰਤਨੀ ਨੈੱਟ ਦੇ ਵਿੱਚ ਹੈਗੇ। ਨੈੱਟ ਦੇ ਉੱਤੇ ਇੰਨਾ ਕੀਰਤਨੀ ਹੈ ਔਰ ਆਪ ਚਾਰਟਰਡ ਅਕਾਊਂਟੈਂਟ ਹੈਗੇ ਆ। ਅਤੇ ਉਹਨਾਂ ਨੂੰ ਜਿਹੜਾ ਹੈਗਾ ਮਜਬੂਰੀ ਸੀਗੀ ਬਈ ਉਹਨਾਂ ਨੂੰ ਜਿਹੜਾ ਗੁਰਦੁਆਰੇ ਦੇ ਵਿੱਚ ਜਿਹੜਾ ਹੈਗਾ ਇਹ ਡਿਊਟੀ ਕਰਨੀ ਪਈ। ਔਰ ਫਿਰ ਜਿਹੜਾ ਹੈਗਾ ਉਹਨਾਂ ਨੂੰ ਉਹ ਵਿਚਾਰੇ ਧਿਆਨ ਸਿਮਰਨ ਬਾਰੇ ਬਾਣੀ ਇਸ ਤਰ੍ਹਾਂ ਵਿਚਾਰਦੇ ਸੀਗੇ। ਅਤੇ ਉਹਨਾਂ ਨੇ ਕਮੇਟੀ ਨੇ ਜਦ ਹੀ ਕਹਿ ਤਾ, ਕਹਿੰਦੇ ਇੱਥੇ ਵਾਹਿਗੁਰੂ ਵਾਹਿਗੁਰੂ ਕੁਛ ਨਹੀਂ ਕਰਨਾ, ਇਸ ਤਰ੍ਹਾਂ ਦਾ ਕੁਛ ਨਹੀਂ ਕਰਨਾ, ਬਸ ਸ਼ਬਦ ਪੜ੍ਹੋ ਔਰ ਆਪਣਾ ਭੋਗ ਪਾਓ। ਹਾਂਜੀ ਵੀਰ ਜੀ। ਸਹੀ ਹੈ, ਸਹੀ। ਇੱਦਾਂ ਦਾ ਹੀ ਹੈ ਇਹ ਜੀ, ਸੰਸਾਰ ਇੱਦਾਂ ਹੀ ਚੱਲਦਾ। ਚਲੋ ਇਹਨਾਂ ਨੂੰ ਖੁਸ਼ ਰਹਿਣ ਦੀਏ। ਮੈਂ ਤੇ ਕਹਿੰਦਾ ਅਸੀਂ ਆਪਣੀ ਬੈਗੜੀ ਸਾਂਭੀਏ ਤੇ ਆਪ ਨਿਕਲ ਜੀਏ। ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਪਰ ਲੋਕਾਂ ਵੈਸੇ ਵੀ ਸਾਧ ਸੰਗਤ ਜੀ, ਇਹ ਤੇ ਮੈਂ ਕਹਾਂ ਮੇਰਾ ਵੀ ਜ਼ਿਆਦਾ ਇੰਟਰਸਟ ਨਹੀਂ ਹੈ ਕਿੱਥੇ ਕਰੋੜ 2 ਕਰੋੜ ਬੰਦਾ ਨਿਕਲ ਜੇ। ਮੈਂ ਤੇ ਕਹਿੰਦਾ ਆਪਾਂ 40-50 ਵੀ ਨਿਕਲ ਗਏ ਨਾ, 100 70-80 90 ਆ ਜਾਂਦੇ। ਕਈ ਵਾਰੀ ਜੋਸ਼ ਆ ਜਾਂਦਾ ਤੇ ਗੱਲਾਂ ਗੁੱਲਾਂ ਸੁਣ ਕੇ ਫਿਰ 40-50 ਫਿਰ 70-80 ਤੇ ਰਹਿ ਜਾਂਦੇ ਆ, ਫਿਰ 60 ਤੇ ਆ ਜਾਂਦੇ ਆ, ਫਿਰ ਜੋਸ਼ ਆ ਜਾਂਦਾ, ਫਿਰ 90 ਤੇ ਚੜ੍ਹ ਜਾਂਦੀ ਸੂਈ। ਤੋ ਮੈਂ ਤੇ ਕਹਿੰਦਾ ਕਿ ਆਪਾਂ ਜ਼ਿਆਦਾ ਲਾਲਚ ਨਹੀਂ, ਆਪਾਂ ਇੰਨੇ ਕੁ ਜਿੰਨੇ ਹੈਗੇ ਨਾ ਇੰਨੇ ਵੀ ਨਿਕਲ ਜਾਈਏ ਤੇ ਬੜੀ ਵੱਡੀ ਗੱਲ, ਛੱਡ ਦਈਏ ਲੋਕਾਂ ਨੂੰ। ਬਿਲਕੁਲ ਸਹੀ ਗੱਲ। ਮਹਾਤਮਾ ਬੁੱਧ ਦੀ ਨਾ ਕਹਾਣੀ ਤੁਹਾਨੂੰ ਮੈਂ ਸੁਣਾਉਣਾ। ਉਹ ਕਹਿੰਦੇ ਕਿ ਮਹਾਤਮਾ ਬੁੱਧ ਨੂੰ ਗਿਆਨ ਪ੍ਰਾਪਤ ਹੋ ਗਿਆ। ਸੁਣੀ ਤੁਸੀਂ ਕਈ ਵਾਰੀ, ਫਿਰ ਸੁਣਾਉਣਾ। ਚੰਗੀ ਕਹਾਣੀ ਹੈ, ਵਧੀਆ। ਉਹ ਕਹਿੰਦੇ ਕਿ ਚੁੱਪ ਹੋ ਗਏ। ਉਹਨਾਂ ਦੱਸਿਆ ਕੁਛ ਨਹੀਂ ਬੋਲੇ ਕਿ ਮੈਨੂੰ ਉਹ ਜਿਹੜੀ ਸੁੰਨ ਅਵਸਥਾ ਪ੍ਰਾਪਤ ਹੋ ਗਈ ਹੈ, ਹੁਣ ਵਿਚਾਰ ਮੰਡਲ ਖਤਮ ਹੋ ਗਏ ਨੇ, ਵਿਚਾਰ ਨਹੀਂ ਹੈਗੇ। ਤੇ ਉਹ ਕਹਿੰਦੇ ਕਿ ਤੁਸੀਂ ਇਹ ਜਾਣਿਆ ਹੈ, ਬ੍ਰਹਮ ਨੂੰ ਤੁਸੀਂ ਜਾਣ ਲਿਆ, ਤੁਸੀਂ ਨਿਰਵਿਚਾਰ ਸਮਾਧੀ ਚ ਜਾ ਕੇ ਪ੍ਰਵੇਸ਼ ਕਰਕੇ ਉਹਨੂੰ ਜਾਣ ਤੇ ਲਿਆ, ਦੱਸੋ ਲੋਕਾਂ ਨੂੰ। ਉਹ ਕਹਿੰਦਾ ਮੈਂ ਕੀ ਦੱਸਾਂ, ਮੈਂ ਕੀ ਲੱਭਿਆ ਕੀ ਹੈ? ਆਮ ਹੀ ਤੇ ਗੱਲ ਹੋਈ ਹੈ, ਮੈਂ ਕੋਈ ਵੱਖਰਾ ਤੇ ਮਿਲਿਆ ਨੀ ਮੈਨੂੰ ਉੱਥੇ, ਮੈਂ ਹੀ ਤੇ ਹੈਗਾ ਵਾ। ਤੇ ਜਿਹਨੂੰ ਜਾਣਿਆ ਤੇ ਇਹ ਚ ਮੈਂ ਕੀ ਸ਼ੇਖੀ ਮਾਰਾਂ? ਤੇ ਜੇ ਉਹ ਕਹਿੰਦੇ ਏਦਾਂ ਕਰੋ ਕਿ ਇਹ ਤੁਸੀਂ ਬੋਲੋ। ਕਹਿੰਦਾ ਮੈਂ ਕੀ ਬੋਲਾਂ? ਬੋਲਣ ਵਾਸਤੇ ਕੀ ਹੈ? ਮੈਂ ਸਪੈਸ਼ਲ ਤੇ ਜਾਣਿਆ ਨਹੀਂ, ਆਪਣੇ ਆਪ ਨੂੰ ਤੇ ਜਾਣਿਆ ਮੈਂ। ਤੇ ਉਹ ਕਹਿੰਦੇ ਆ ਕਿ ਏਦਾਂ ਕਰੋ ਕਿ ਸਾਨੂੰ ਟਾਈਮ ਤੋਂ ਅਸੀਂ ਸੋਚ ਕੇ ਵਿਚਾਰ ਕੇ ਆਉਨੇ ਆ। ਉਹ ਕਹਿੰਦੇ ਵੀ ਇਹ ਮਤਲਬ ਤੁਸੀਂ ਕਿਉਂ ਨਹੀਂ ਦੱਸਣਾ ਚਾਹੁੰਦੇ? ਕਹਿੰਦਾ ਦੱਸਾਂ ਕਿ ਜਿਹਨੇ ਜਾਣਨਾ ਉਹਨੇ ਮੇਰੇ ਕਹਿ ਤੋਂ ਬਿਨਾਂ ਵੀ ਜਾਣ ਲੈਣਾ। ਤੇ ਕਹਿੰਦੇ ਜਿਹਨੇ ਨਹੀਂ ਜਾਣਨਾ ਉਹ ਕਹਿੰਦੇ ਮੇਰੇ ਕਹਿਣ ਤੇ ਵੀ ਨਹੀਂ ਜਾਣਨਾ। ਬਿਲਕੁਲ, ਦੱਸਣ ਤੇ ਵੀ ਨਹੀਂ ਜਾਣਨਾ ਉਹਨੇ। ਉਹ ਕਹਿੰਦੇ ਪੁਆਇੰਟ ਤੁਹਾਡਾ ਬਿਲਕੁਲ ਵੈਲਿਡ ਹੈ। ਕਹਿੰਦੇ ਫਿਰ ਕਹਿੰਦੇ ਏਦਾਂ ਕਰੋ, ਕਹਿੰਦੇ ਸਾਨੂੰ ਟਾਈਮ ਤੋਂ ਹੀ ਥੋੜਾ ਵਿਚਾਰ ਕਰਦੇ ਹਾਂ। ਕਹਿੰਦੇ ਠੀਕ ਹੈ ਜੀ, ਵਿਚਾਰ ਕਰਕੇ ਆ ਜਾਓ। ਉਹ ਗਏ ਫਿਰ ਦੇਵਤੇ ਦਾ ਮਤਲਬ ਕੋਈ ਦੇਵਤਾ ਨਹੀਂ ਆਇਆ ਉੱਥੇ,
ਇਹ ਵੈਸੇ ਗੱਲਾਂ ਬਣਾਈਆਂ ਨੇ। ਹੂੰ। ਦੇਵਤੇ ਦਾ ਮਤਲਬ ਚੰਗੇ ਮਨੁੱਖ ਜਿਹੜੇ ਜਗਿਆਸੂ ਸੀ। ਉਹ ਫਿਰ ਆਏ ਮਹਾਤਮਾ ਬੁੱਧ ਕੋ, ਕਹਿੰਦੇ ਮਹਾਰਾਜ ਏਦਾਂ ਕਰੀਏ, ਇਹ ਗੱਲ ਨਾਲ ਅਸੀਂ ਐਗਰੀ ਕਰਦੇ ਹਾਂ, ਜਿੰਨੇ ਜਾਣਨਾ ਵਾ ਉਹਨੇ ਤੁਹਾਡੇ ਦੱਸੇ ਬਿਨਾਂ ਹੀ ਜਾਣ ਲੈਣਾ। ਇਹ ਗੱਲ ਨੂੰ ਅਸੀਂ ਮੰਨਦੇ ਹਾਂ, ਇਹ ਸਹੀ ਹੈਗਾ। ਤੇ ਦੂਜੀ ਗੱਲ ਇੱਕ ਹੋਰ, ਜਿਹਨੇ ਨਹੀਂ ਜਾਣਨਾ, ਜਿੰਨਾ ਮਰਜੀ ਕੋਈ ਰੌਲਾ ਪਾ ਲੇ, ਉਹਨੇ ਨਹੀਂ ਜਾਣਨਾ। ਜੋ ਮਰਜੀ ਆ ਜਾਏ, ਭਾਵੇਂ ਬ੍ਰਹਮ ਗਿਆਨੀ ਆ ਕੇ ਰੌਲਾ ਪਾ ਕੇ ਚੱਲ ਜੇ, ਠੀਕ ਹੈ ਜੀ। ਪਰ ਕਹਿੰਦੇ ਕੁਛ ਬੰਦੇ ਜਿਹੜੇ ਦੋਨਾਂ ਦੇ ਵਿਚਕਾਰ ਹੈਗੇ ਆ, ਜਿੰਨਾ ਚਿਰ ਉਹਨਾਂ ਨੂੰ ਕੋਈ ਦੱਸੂ ਨਹੀਂ, ਉਹ ਨਹੀਂ ਜਾਣ ਸਕਦੇ। ਕਮ ਸੇ ਕਮ ਉਹਨਾਂ ਲਈ ਤਾਂ ਬੋਲ ਦੋ। ਵਾਹ ਜੀ ਵਾਹ, ਕਮਾਲ ਹੈ ਜੀ, ਕਮਾਲ ਹੈ। ਸਹੀ ਹੈ। ਹੂੰ। ਇਹ ਕਥਾ ਜਿਹੜੀ ਹੈ ਉਹਨਾਂ ਵਾਸਤੇ ਜੋ ਵਾਹ ਥੋੜੇ ਜਿਹੇ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ। ਕਿਨਾਰੇ ਤੇ ਖੜੇ ਵੀਰ ਜੀ ਜਿਹੜੇ ਹਾਂ, ਜਦ ਤੱਕ ਨਹੀਂ ਕੋਈ ਦੱਸੂ, ਨਹੀਂ ਛਾਲ ਮਾਰਨੀ। ਉਹਨਾਂ ਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਹੈਗਾ। ਹਾਂ। ਖਲੋਤੇ ਉੱਥੇ, ਖਲੋਤੇ ਆ ਬਸ। ਤੇ ਮਹਾਤਮਾ ਬੁੱਧ ਫਿਰ ਬੋਲੇ। ਮਹਾਤਮਾ ਬੁੱਧ ਨੂੰ ਬੋਲਣਾ ਪਿਆ ਕਿਉਂਕਿ ਲੌਜਿਕ ਸੀ। ਬਿਲਕੁਲ। ਲੱਖ 2 ਲੱਖ ਨਹੀਂ, ਜਿਹੜੇ 40 50 30 35 ਜਿਹੜੇ ਜਿੰਨਾ ਚਿਰ ਨਹੀਂ ਦੱਸੋਗੇ, ਨਹੀਂ ਪਤਾ ਉਹਨਾਂ ਨੂੰ ਲੱਗਣਾ, ਉਹਨਾਂ ਲਈ ਤਾਂ ਬੋਲੋ ਕਮ ਸੇ ਕਮ। ਉਹ ਬੋਲੇ। ਬਹੁਤ ਵਧੀਆ ਜੀ। ਐਸੇ ਬੰਦੇ ਹੁੰਦੇ ਨੇ ਸੰਸਾਰ ਤੇ। ਇਸੇ ਕਰਕੇ ਸੰਗਤ ਦੀ ਲੋੜ ਹੈ। ਸਾਧ ਸੰਗਤ ਦਾ ਮਤਲਬ ਕੀ ਹੈ ਕਿ ਜਿਹੜੇ ਥੋੜੇ ਜਿਹੇ ਹੈਗੇ, ਐ ਨਹੀਂ ਸਾਡੇ ਕਰੋੜ ਜਾਂ 50 ਲੱਖ ਬੰਦੇ ਆ ਕੇ ਸੁਣਦੇ ਆ, 5 ਲੱਖ ਥੋੜੇ ਜਿਹੇ ਲੋਕ। ਇਸੇ ਕਰਕੇ ਉਹ ਸੰਗਤ ਕਰਨੀ ਬੜੀ ਜ਼ਰੂਰੀ ਆ, ਜਿੱਥੇ ਉਹ ਗਿਆਨ ਚੱਲੇ। ਫਿਰ ਗਿਆਨ ਚੱਲਦਾ, ਫਿਰ ਅੰਧੇਰਾ ਦੂਰ ਹੁੰਦਾ। ਉਹ ਤਾਂ ਪਾਵਰਫੁਲ ਗਿਆਨ ਹੁੰਦਾ। ਫਿਰ ਠੀਕ ਹੈ ਜੀ। ਫਿਰ ਅਗਲੇ ਬੰਦੇ ਕਹਿੰਦੇ ਨਿੰਦਾ ਕਰਤੇ ਜਨਮ ਸਰਾਨੋ ਕਬੂ ਨਾ ਸਿਮਰਿਓ ਰਾਮ। ਜੀਵਨ ਜਿਹੜਾ ਹੈ ਤੇਰਾ ਏਦਾਂ ਹੀ ਲੰਘ ਗਿਆ, ਔਰ ਆਈ ਜੀਵਨ, ਉਹ ਤੈਨੂੰ ਕਿਤੇ ਪਰਮਾਤਮਾ ਦੀ ਯਾਦ ਨਹੀਂ ਆਈ? ਵੀ ਸ਼ਰਮਾ, ਤੂੰ ਲਾਗੇ ਬੰਨੇ ਨਜ਼ਰ ਨਹੀਂ ਮਾਰੀ? ਲੋਕਾਂ ਨਾਲ ਕੀ ਹੁੰਦੇ ਆ? ਤੈਨੂੰ ਪਤਾ ਨਹੀਂ ਤੂੰ ਕੋਈ ਜਾਨਵਰ ਹੈ? ਤੂੰ ਕੋਈ ਖੋਤਾ ਹੈਗਾ? ਤੂੰ ਕਾਂ? ਕੋਈ ਸੂਰ ਹੈ? ਤੂੰ ਬੰਦਾ? ਤੈਨੂੰ ਸਭ ਪਤਾ। ਤੂੰ ਚੋਰੀ ਕਰਦਾ, ਚਲਾਕੀ ਨਾ ਕਰਦਾ, ਹਰ ਕੰਮ ਤੈਨੂੰ ਪਤਾ ਹੈ। ਕਿੱਦਾਂ ਰਿਸ਼ਵਤ ਲੈਣੀ ਹੈ, ਕਿੱਦਾਂ ਸਰਕਾਰ ਨੂੰ ਧੋਖਾ ਦੇਣਾ ਹੈ, ਕਿੱਦਾਂ ਤੂੰ ਟੈਕਸਾਂ ਨੂੰ ਚੋਰੀ ਕਰਨਾ ਹੈ। ਤੂੰ ਕੀ ਨਹੀਂ ਕਰਦਾ। ਨਕਲੀ ਸਹਿਣ ਵੀ ਕਰ ਲੈਂਦਾ। ਉਹ ਤੈਨੂੰ ਪਤਾ ਨਹੀਂ ਗ੍ਰੰਥਾਂ ਦੇ ਵਿੱਚ ਕੀ ਲਿਖਿਆ? ਤੈਨੂੰ ਕੀ ਕਹਿ ਕੇ ਗਏ ਨੇ ਗ੍ਰੰਥ? ਕਿਹਨੂੰ ਧੋਖਾ ਦੇ ਰਹੇ? ਤੂੰ ਕਿਸੇ ਨੂੰ ਨਹੀਂ, ਤੂੰ ਖੁਦ ਨੂੰ ਧੋਖਾ ਦੇ ਰਹੇ। ਔਰ ਜਿਹੜੇ ਪੱਥਰ ਚੁੱਕ ਕੇ, ਸੋਨੇ ਦੇ ਰੰਗ ਦੇ ਪੱਥਰ ਤੈਨੂੰ ਦਿਖਦੇ ਆ, ਪੱਥਰ ਤੇ ਬੜੇ ਸੋਹਣੇ ਆ, ਪਰ ਇਹਨਾਂ ਪੱਥਰਾਂ ਨੇ ਤੇਰੀ ਕਿਸ਼ਤੀ ਬਹੁਤ ਦੂਰ ਥੱਲੇ ਲੈ ਜਾਣੀ ਆ, ਤਲ ਦੇ ਵਿੱਚ। ਔਰ ਫਿਰ ਤੈਨੂੰ ਪਤਾ ਨਹੀਂ ਕਿੰਨਾ ਟਾਈਮ ਲੱਗ ਜਾਣਾ ਉੱਥੋਂ ਵਾਪਸ ਆਉਣ ਦੇ ਲਈ। ਹੁਣ ਤੂੰ ਨਸ਼ੇ ਦੇ ਵਿੱਚ ਬੇਹੋਸ਼ ਹੈ। ਵੇਖਿਆ ਨੀ ਕਈਆਂ ਬੰਦਿਆਂ ਨੂੰ ਨਸ਼ਾ ਚੜ ਜਾਂਦੇ, ਉਹਨੂੰ ਦਿਖਦਾ ਹੀ ਕੁਛ ਨਹੀਂ। ਉਹਦੀਆਂ ਅੱਖਾਂ ਤੇ ਗਿੱਡ ਆ ਜਾਂਦੀ, ਉਹਨੂੰ ਪਤਾ ਨਹੀਂ ਲੱਗਦਾ। ਐਸਾ ਉਹ ਪਾਗਲ ਹੋ ਜਾਂਦਾ, ਤੂੰ ਤੁਰਿਆ ਫਿਰਦਾ। ਪਰ ਇਹੋ ਹਿਸਾਬ ਹੈ। ਕਹਿੰਦੇ ਤੂੰ ਕਬੂ ਨਾ ਸਿਮਰਿਓ। ਤੂੰ ਜਾਨਵਰ ਥੋੜੀ ਆ, ਤੂੰ ਬੰਦਾ ਵਾ। ਤੂੰ ਬਾਣੀ ਚ ਨਹੀਂ ਪੜਿਆ? ਬਾਣੀ ਚ ਕੀ ਲਿਖਿਆ? ਬਾਣੀ ਤੇ ਕਹਿੰਦੀ ਅਵਰ ਕਾਜ ਤੇਰੇ ਕਿਸੇ ਨਾ ਕੰਮ। ਇੱਕ ਤੋਂ ਪੜ੍ਹਨੀ ਸੀ ਤੁਕ ਤੂੰ ਪੜ੍ਹੀ। ਜਿਨ੍ਹਾਂ ਨੇ ਜੀਵਨ ਆਪਣਾ ਸਾਰਾ ਦਾਅ ਤੇ ਲਾਤਾ। ਗੁਰੂ ਨਾਨਕ ਪਾਤਸ਼ਾਹ ਨੇ 4 ਉਦਾਸੀਆਂ ਕੀਤੀਆਂ, ਸਾਰੀ ਜ਼ਿੰਦਗੀ ਪ੍ਰਚਾਰ ਕੀਤਾ ਸਾਨੂੰ ਜੋ ਸਮਝਾਉਣ ਦੇ ਲਈ। ਅੱਜ ਅਸੀਂ ਪੜ੍ਹ ਕੇ ਤੇ ਉਹਦੇ ਤੇ ਕੱਪੜਾ ਪਾ ਕੇ ਉਹਨੂੰ ਅੰਦਰ ਆ ਦਿੰਦੇ ਹਾਂ, ਮੱਥਾ ਟੇਕ ਕੇ ਘਰ ਨੂੰ ਆ ਜਾਂਦੇ ਹਾਂ। ਕਿਤੇ ਪੀੜਿਆਂ ਨੂੰ ਪਤਾ ਨਹੀਂ ਸਾਗਵਾਨ ਦਾ ਪੀੜਾ ਤੇ ਕਿਤੇ ਸੋਨੇ ਦਾ ਪੀੜਾ। ਉਹ ਪੀੜਿਆਂ ਦੀ ਨਹੀਂ ਲੋੜ ਬਾਣੀ ਨੂੰ। ਬਾਣੀ ਨੂੰ ਲੋੜ ਹੈ ਸਾਡੇ ਅਮਲ ਕਰਨ ਦੀ। ਤੇ ਉਹ ਕਦੋਂ ਅਮਲ ਕਰਨਾ? ਤੂੰ ਬਾਣੀ ਤੇ ਕਹਿੰਦੀ ਸੰਗਤ ਕਰ। ਤੂੰ ਨਹੀਂ ਹੈਗੀ ਤੇ ਲੱਭ ਸੰਗਤ। ਨਹੀਂ ਪਤਾ ਤੇ ਅਰਦਾਸ ਕਰ ਪ੍ਰਮਾਤਮਾ ਦੇ ਗਾੜੀ ਕਿ ਮੈਨੂੰ ਸੰਗਤ ਚਾਹੀਦੀ ਆ। ਸੰਗਤ ਆਊਗੀ। ਇਹ ਮੁੱਢ ਤੋਂ ਹੀ ਅਸੂਲ ਹੈ। ਜਿੰਨੇ ਮੰਗਿਆ ਰੱਬ ਨੇ ਗਿਆਨ ਦਿੱਤਾ ਉਹਨੂੰ। ਜੇ ਤੁਸੀਂ ਨਹੀਂ ਮੰਗ ਰਹੇ ਤੇ ਜੋ ਤੁਸੀਂ ਮੰਗ ਰਹੇ ਜੋ ਤੁਹਾਨੂੰ ਮਿਲ ਰਿਹਾ ਜੇ, ਇਹ ਵੀ ਮਨ ਚੋਂ ਵਰਕਾ ਪਾੜ ਦੋ। ਹਾਂਜੀ ਨਿਜਾ ਸਾਹਿਬ, ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ। ਬਿਲਕੁਲ ਇਹੀ ਬਾਣੀ ਦੀ ਬਿਲਕੁਲ ਨਿਚੋੜਿਆ ਬਈ ਆਪਾਂ ਨੇ ਆਪਣਾ ਜਿਹੜਾ ਹੈਗਾ, ਜੇ ਆਪਾਂ ਰੱਬ ਵਾਲੇ ਪਾਸੇ ਜਾਣਾ ਚਾਹੁੰਦੇ ਹਾਂ, ਜੇ ਡਿਮਾਂਡ ਹੈਗੀ ਆਪਣੀ ਅੰਦਰੋਂ ਜੈਨੂਇਨ, ਤੇ ਆਪਣੇ ਆਪ ਅਗਲੀ ਕਾਰਵਾਈ ਮਾਲਕ ਨੇ ਕਰਨੀ ਹੈ। ਹਾਂਜੀ ਵੀਰ ਜੀ, ਬਿਲਕੁਲ। ਤੁਸੀਂ ਮੰਗੋ, ਜੋ ਨਾ ਮੰਗੋ, ਤੁਸੀਂ ਮੰਗੋ। ਜੋ ਮੰਗੇ ਠਾकुर अपने से ਸੋਈ ਦੇਵੇ। ਹਾਂਜੀ, ਜੋ ਮੰਗੇ। ਬਾਣੀ ਚ ਤਸਦੀਕ ਹੈ। ਹਾਂ, ਪਰ ਤੂੰ ਮੰਗਿਆ ਨਹੀਂ ਹੂੰ। ਬਾਣੀ ਕਹਿੰਦੀ ਪਰ ਹੁਣ ਵੀ ਮੰਗ ਲਾ। ਆ ਵੇਖ ਲੈ, ਮੈਂ ਥੋੜੀ ਕਹਿੰਦੇ। ਕਹਿੰਦੇ ਕਹਿ ਕਬੀਰ ਚੇਤੇ ਨਹੀਂ ਮੂਰਖ ਮੁਕਤ ਗਵਾਰ। ਤੈਨੂੰ ਚੇਤੇ ਨਹੀਂ ਭੁੱਲ ਗਿਆ? ਉਹ ਕਹਿੰਦੇ ਤੂੰ ਇਹ ਨਾ ਸੋਚੀ ਕਿ ਤੈਨੂੰ ਦੱਸਿਆ ਨਹੀਂ ਆ। ਤੈਨੂੰ ਨਹੀਂ ਤੇ ਚੱਲੇ ਆ ਤੈਨੂੰ ਲਿਖ ਕੇ ਵੀ ਦੇ ਚੱਲੇ ਆ। ਮੂਰਖਾ, ਤੈਨੂੰ ਚੇਤੇ ਨਹੀਂ?
ਤੂੰ ਭੁੱਲ ਗਿਆ? ਉਹ ਵੇਖੋ ਕਿੰਨੇ ਕਿੰਨੇ ਸਾਲ ਪਹਿਲਾਂ ਚੱਲ ਗਏ ਨੇ ਕਬੀਰ ਜੀ, ਤੇ ਅੱਜ ਤੱਕ ਸਾਨੂੰ ਸਬਕ ਦੇ ਰਹੇ ਨੇ, ਸਾਨੂੰ ਸੇਧ ਦੇ ਰਹੇ ਨੇ। ਇਹਨਾਂ ਮੂਰਖਾਂ ਨੇ ਭੁੱਲ ਜਾਣਾ ਵਾ ਕਿ ਦੇਖਿਆ ਇਹਨਾਂ ਸਾਨੂੰ ਦੱਸਿਆ ਕਿ ਨਹੀਂ, ਲਿਖ ਕੇ ਦੇ ਜੋ ਇਹਨਾਂ ਨੂੰ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ। ਚਰਨਜੀਤ ਐ ਸਪੀਡ ਨਾਲ ਪੜ੍ਹਦਾ ਜੀ, ਲਓ ਜੀ 5 ਪਾਠ ਪੜ੍ਹੇ ਨੇ, ਪਰ ਕਬੀਰ ਜੀ ਕਹਿੰਦੀ ਆ ਕਿ ਤੂੰ ਇੱਕ ਲਾਈਨ ਹੀ ਪੜ੍ਹ ਕੇ ਦਿਖਾ, ਹੱਥ ਮੁੜ ਕੇ ਚੱਲ ਕੇ ਦਿਖਾ ਮੈਨੂੰ। ਹਾਂ, 5 ਪੁੰਜ ਛੱਡ, ਬਹੁਤੀਆਂ ਵੱਡੀਆਂ ਗੱਲਾਂ ਨਾ ਕਰ, ਇੱਥੇ ਇੱਕ ਲਾਈਨ ਫੜ। ਕਿਹੜੀ ਲਾਈਨ? ਇੱਥੇ ਲਾਈਨ ਕਿਹੜੀ ਫੜ ਲਓ? ਇੱਕੋ ਫੜ ਲਓ, ਇੱਕੋ ਦੇਖੋ ਕਿਹੜੀ ਲਾਈਨ ਫੜੋਗੇ। ਹੈਗੀ ਸਾਰੀਆਂ ਲਾਈਨਾਂ ਵੱਧ ਤੋਂ ਵੱਧ ਨੇ, ਇੱਕ ਲਾਈਨ ਵੀ ਫੜ ਲਓ ਜੀਵਨ ਬਦਲ ਜਾਊਗਾ। ਬਹੁਤੀ ਲੰਬੀ ਚੌੜੀ ਕਹਾਣੀ ਨਹੀਂ। ਤੇ ਪਾਪਾ ਕਹਿੰਦੇ ਕਿ ਇੰਨੇ ਪਾਠ ਕਰ ਲਏ ਜੀ, ਮੈਂ ਇਹਨੂੰ ਸਾਰੀ ਬਾਣੀ ਘੰਟੇ ਸਭ ਕੁਛ, ਉਹ ਤੇ ਮਸ਼ੀਨ ਹੈਗੀ ਤੁਹਾਡੇ ਅੰਦਰ, ਮੈਮਰੀ ਉਹਦੇ ਅੰਦਰ ਸਟੋਰ ਹੁੰਦਾ, ਕਰ ਲਓ ਡਾਟਾ। ਕੰਪਿਊਟਰ 'ਚ ਡਾਟਾ ਕੇ ਕੰਮ ਦਾ ਥੋੜੀ, ਜੇਕਰ ਉਹਦੀ ਵਰਤੋਂ ਨਾ ਕੀਤੀ। ਠੀਕ ਹੈ ਜੀ। ਕਹਿ ਕਬੀਰ ਚੇਤੇ ਨਹੀਂ ਮੂਰਖ, ਮੂਰਖ ਕਹਿੰਦੇ ਨੇ, ਉਹ ਕਹਿੰਦੇ ਗਵਾਰ, ਤੈਨੂੰ ਚੇਤੇ ਨਹੀਂ ਆ, ਪਰ ਤੈਨੂੰ ਚੇਤੇ ਹੀ ਕਰਾ ਰਹੇ ਆ। ਮੁਕਤ ਗਵਾਰ, ਰਾਮ ਨਾਮ ਜਾਣਿਓ ਨਹੀਂ, ਜਾਣਿਓ ਨਹੀਂ ਕੈਸੇ ਉਤਰੇ ਉਤਰਸ ਪਾਰ। ਪਾਰ। ਤੂੰ ਕਿਸ਼ਤੀ ਨਹੀਂ ਤਿਆਰ ਕੀਤੀ ਮੂਰਖਾ, ਆ ਕੀ ਲਈ ਫਿਰਦਾ, ਚੁੱਕੀ ਫਿਰਦਾ, ਤੈਨੂੰ ਕਿਤੇ ਵੀ ਨਹੀਂ ਤੇਰਾ ਧਿਆਨ ਨਹੀਂ। ਬਾਣੀ ਤੇ ਕਹਿੰਦੀ ਅਵਰ ਕਾਜ, ਤੈਨੂੰ ਵਾਰਨਿੰਗ ਨਹੀਂ ਮਿਲੀਆਂ। ਵਾਰਨਿੰਗ ਦਾ ਮਤਲਬ ਦੇਖਿਆ ਤੁਸੀਂ, ਕਿਤੇ ਸੜਕ ਤੇ ਨਹੀਂ ਜਾਂਦੇ, ਕਹਿੰਦੇ ਸਲੋ ਕਰ ਲਓ ਗੱਡੀ ਆਪਣੀ। ਹਾਂ ਬਿਲਕੁਲ ਸਹੀ ਗੱਲ ਹੈ। ਖੱਡੇ ਆ, ਅੱਗੇ ਬਰਫ਼ ਵੀ ਹੋ ਸਕਦੀ ਆ, ਅੱਗੇ ਮੋੜ ਵੀ ਹੋ ਸਕਦਾ, ਸ਼ਾਰਪ ਜਿਹੜਾ ਹੈਗਾ। ਹਾਂਜੀ ਵੀਰ ਜੀ। ਤਾਂ ਉਸ ਤੋਂ ਬਾਅਦ ਜੇ ਕੋਈ ਨਹੀਂ ਮੇਰੇ ਵਰਗਾ ਮੰਨਦਾ, ਫਿਰ ਕੀ ਹੁੰਦਾ? ਉੱਥੇ ਕਿੱਡੀ ਕਾਰ ਪਈ ਹੁੰਦੀ ਤੇ ਨਾਲ ਗੱਡੀ ਦੇ ਟਾਇਰ ਉੱਪਰ ਹੁੰਦੇ, ਮੇਰੇ ਵਰਗਾ ਥੱਲੇ ਲੰਮੇ ਪਿਆ ਹੁੰਦਾ। ਬਾਣੀ ਵੀ ਉਹ ਕਹਿੰਦੀ ਹੈ, ਵਾਰਨਿੰਗ ਸਾਈਨ ਸਾਨੂੰ ਉਲਟ ਕਰ ਰਹੇ ਨੇ। ਕਹਿੰਦੇ ਮੂਰਖਾ, ਕਹਿ ਕਬੀਰ ਚੇਤੇ ਨਹੀਂ, ਮੂਰਖ ਮੁਗਧ ਗਵਾਰ, ਰਾਮ ਨਾਮ ਜਾਣਿਓ ਨਹੀਂ। ਉਹ ਜੱਪੇ ਦੀ ਗੱਲ ਨਹੀਂ ਕਰਦੇ, ਜਾਣਿਓ ਦੀ ਗੱਲ ਕਰਦੇ, ਜੋ ਫਿਰ ਪੜ੍ਹ ਲਓ। ਕਿਤੇ ਉਲਟਾ ਨਾ ਸਮਝ ਲਿਓ, ਜੱਪਣ ਤੇ ਨਾ ਲੱਗ ਪਿਓ ਕਿਤੇ। ਕਹਿੰਦੇ ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰੇ ਪਾਰ। ਤੂੰ ਜਾਣਿਆ ਨਹੀਂ, ਪਾਰ ਕਿੱਦਾਂ ਉਤਰਨਾ? ਤੈਨੂੰ ਤੇ ਜਾਣਨ ਨੂੰ ਕਿਹਾ ਸੀ। ਤੂੰ ਕੇਵਲ ਪਰਮਾਤਮਾ ਦੇ ਗੁਣ ਪੜ੍ਹ ਕੇ ਫੀਲਿੰਗ ਲਈ ਜਾਂਦਾ। ਪਰਮਾਤਮਾ ਦੇ ਗੁਣ ਨਹੀਂ, ਪਰਮਾਤਮਾ ਨੂੰ ਜਾਣਨਾ ਪੈਣਾ ਤੈਨੂੰ। ਉਹਦੇ ਗੁਣਾਂ ਨੂੰ ਪੜ੍ਹਨ ਦੇ ਨਾਲ ਗੱਲ ਨਹੀਂ। ਪਰਮਾਤਮਾ ਨੂੰ ਜਾਣਨ ਵਾਸਤੇ ਆਪਣੇ ਆਪ ਨੂੰ ਜਾਣਨਾ ਪੈਣਾ ਪਹਿਲਾਂ। ਤੇ ਸਭ ਤੋਂ ਪਹਿਲੀ ਗੱਲ ਤੇ ਤੂੰ ਅੰਦਰ ਆ ਜਾ, ਤੇਰੇ ਅੰਦਰ ਵੇਖ ਕੇ ਭਲਾ ਕੀ ਕੁਝ ਚੱਲਦਾ। ਠੀਕ ਹੈ ਨਿੱਜਾ ਸਾਹਿਬ, ਅੱਜ ਦੀ ਵਿਚਾਰ ਇੱਥੇ ਹੀ ਨਾ। ਬਹੁਤ ਵਧੀਆ ਗੁਰਕੀ ਸਾਹਿਬ, ਮੈਂ ਸੰਗਤ ਤੋਂ ਮਾਫੀ ਮੰਗਦੇ ਹਾਂ। ਅੱਜ ਜਿਹੜੇ ਕਬੀਰ ਜੀ ਜਿਹੜੇ ਹੈਗੇ ਆਪ ਹੀ ਸਖਤ ਸੀਗੇ, ਤੇ ਉਹਨਾਂ ਨੂੰ ਤਾਂ ਉਸ ਤਰੀਕੇ ਨਾਲ ਹੀ ਦੱਸਿਆ ਜਾ ਸਕਦਾ ਭਾਈ, ਜੋ ਕਹਿ ਰਹੇ ਆ ਭਾਈ ਉਵੇਂ ਦਾ ਹੀ ਬੋਲਣਾ ਪਊਗਾ। ਤਾਂ ਹੀ ਜਿਹੜਾ ਹੈਗਾ, ਜਿਹੜੀ ਆ ਇਹ ਬਾਣੀ ਦੇ ਨਾਲ ਆਪਾਂ ਜਿਹੜੇ ਹੈਗੇ ਆ ਇਹ ਇਨਸਾਫ ਕਰ ਸਕਦੇ ਹਾਂ। ਨਹੀਂ ਤਾਂ ਭਾਈ ਦੇਣਦਾਰ ਹੋ ਜਾਵਾਂਗੇ, ਅਸੀਂ ਬਿਲਕੁਲ ਦੇਣਦਾਰ ਹੋ ਜਾਵਾਂਗੇ। ਹਾਂਜੀ ਵੀਰ। ਉਹ ਆਚਾਰੀਆ ਰਜਨੀਸ਼ ਦੀ ਗੱਲ ਮੈਨੂੰ ਚੇਤੇ ਆਉਂਦੀ। ਉਹ ਕਹਿੰਦੇ ਨੇ, ਕਹਿੰਦੇ ਕਿ ਜੇਕਰ ਮੇਰੇ ਲਫ਼ਜ਼ਾਂ ਨੇ ਤੁਹਾਡੇ ਅੰਦਰ ਹਲਚਲ ਪੈਦਾ ਕਰਦੀ ਹੈ, ਠੇਸ ਮਾਰਦੀ ਹੈ ਨਾ, ਤੇ ਮੈਂ ਮਾਫੀ ਨਹੀਂ ਮੰਗਾਂਗਾ, ਕਿਉਂਕਿ ਬਹੁਤ ਗਹਿਰੀ ਨੀਂਦ। ਕਹਿੰਦਾ ਕਈ ਵਾਰੀ ਬਹੁਤ ਜ਼ੋਰ ਦੀ ਸੱਟ ਮਾਰਨੀ ਪੈਂਦੀ ਆ, ਛੋਟੇ ਥੋੜੇ ਦੇ ਨਾਲ ਪੱਥਰ ਨਹੀਂ ਟੁੱਟਦਾ, ਫਿਰ ਵੱਡਾ ਥੋੜਾ ਮਾਰੀਦਾ ਤੇ ਫਿਰ ਬੜੀ ਹਲਚਲ। ਇਸ ਲਈ ਕਹਿੰਦੇ ਇਸ ਮਨ ਕੋ ਜਨਮ ਜਨਮ ਕੀ ਮਨ ਲਾਗੀ, ਤੇ ਕਾਲਾ ਹੋਏ ਸਵਾ, ਕਾਲਾ ਸਵਾ ਹੋ ਗਿਆ। ਇਹ ਤੂੰ 2-4 ਮਿੰਟ ਰਗੜਨ ਦੀ ਵੀ ਕੋਸ਼ਿਸ਼ ਕੀਤੀ, ਥੱਲੇ ਸਵਾਹ ਹੀ ਨਿਕਲਣੀ ਹੈ। ਬਿਲਕੁਲ ਬਿਲਕੁਲ। ਇੱਕ ਨਾ ਇਸ ਤਰ੍ਹਾਂ ਹੀ ਗੁਰਕੀ ਸਾਹਿਬ, ਮੈਨੂੰ ਨਾ ਯਾਦ ਨਹੀਂ ਆ ਰਿਹਾ ਕਿਹਨਾਂ ਨੇ ਕਿਹਾ ਸੀਗਾ, ਤੇ ਉਹ ਨਾ ਉਹਨਾਂ ਦਾ ਕੰਮ ਸੀਗਾ ਵੀ ਆਪਣੇ ਪੱਥਰ ਹੁੰਦੇ ਨਾ, ਵੱਡੇ ਵੱਡੇ ਪੱਥਰ ਜਿਹੜੇ ਥੋੜਿਆਂ ਨਾਲ ਤੋੜਨੇ, ਵੱਡੇ ਵੱਡੇ ਪੱਥਰ ਜਿਹੜੇ ਹੈਗੇ ਤੋੜਨੇ। ਤੇ ਮੁੰਡਾ ਸੀਗਾ, ਬੱਚਾ ਸੀਗਾ, ਉਹ ਕਹਿੰਦਾ ਪਿਓ ਨੂੰ, ਕਹਿੰਦਾ ਐਵੇਂ ਥੋੜੇ ਮਾਰੀ ਜਾਂਦੇ, ਥੋੜੇ ਤੇ ਬੁੜਕ ਕੇ ਭਰੇ ਜਾ ਰਹੇ, ਬੁੜਕ ਕੇ ਭਰੇ ਜਾ ਰਹੇ, ਕੋਈ ਇਹ ਟੁੱਟਦਾ ਰਹੇ ਨਹੀਂ ਪੱਥਰ। ਕਹਿੰਦੇ ਕਾਕਾ ਤੈਨੂੰ ਨਹੀਂ ਪਤਾ, ਇੱਕ ਇੱਕ ਥੋੜਾ ਜਿਹੜਾ ਵੱਜ ਰਿਹਾ ਆ, ਇਹਦੇ ਅੰਦਰ ਜਿਹੜਾ ਉਹਦਾ ਅਸਰ ਹੋ ਰਿਹਾ ਆ, ਤੈਨੂੰ ਕੋਈ ਪਤਾ ਨਹੀਂ ਆ। ਔਰ ਥੋੜ੍ਹੀ ਦੇਰ ਬਾਅਦ ਉਹਨੇ ਦੇਖਿਆ ਕਿ ਉਹ ਪੱਥਰ ਜਿਹੜਾ ਟੁੱਟ ਗਿਆ। ਕਹਿੰਦੇ ਇਹਦੇ ਅੰਦਰ ਤੇੜਾ ਪਈ ਜਾ ਰਿਹਾ, ਤੈਨੂੰ ਨਹੀਂ ਪਤਾ ਲੱਗ ਰਿਹਾ। ਹਾਂਜੀ ਵੀਰ ਜੀ। ਹਾਂ, ਬਾਣੀ ਵੀ ਤੇੜਾ ਹੀ ਪਾਉਂਦੀ ਬੰਦੇ ਦੇ ਅੰਦਰ। ਫਿਰ ਜਦੋਂ ਮਨ ਦੁਫਾੜ ਹੋ ਜਾਂਦਾ, ਫਿਰ ਝੁਕਦਾ ਕੁਛ ਨਹੀਂ। ਮਨ ਨੂੰ ਦੁਫਾੜੀ ਤੇ ਕਰਨਾ ਹੈ। ਜਦ ਤੱਕ ਮਨ ਹੈਗਾ ਤਦ ਤੱਕ ਸਾਡਾ ਅਗਲਾ ਸਿਸਟਮ ਚੱਲੇਗਾ। ਔਰ ਜਿੱਦਣ ਗਿਆਨ ਦਾ ਪੱਥਰ ਵੱਜਿਆ, ਇਹਦੇ ਵਿੱਚ ਥੋੜਾ ਵੱਜਿਆ ਨਾ, ਇਹਨੇ ਦੋ ਹਿੱਸੇ ਹੋ ਜਾਣਾ। ਫਿਰ ਇਹਨੇ ਨਹੀਂ, ਫਿਰ ਤੇ ਕੁਛ ਨਹੀਂ ਹੋਗਦਾ। 2 ਫੜ ਕਰ ਦੋ ਬੀਜ ਨੂੰ, ਉਹ ਚ ਕੁਛ ਨਹੀਂ ਹੋਗਦਾ, ਉਗਦਾ ਨਹੀਂ ਆ। ਇਸ ਲਈ ਨਿਰਬੀਜ ਸਮਾਧੀ ਕਿਹਾ ਗਿਆ। ਨਿਰਬੀਜ ਦਾ ਮਤਲਬ ਇਹ ਹੈ ਕਿ ਬੀਜ ਰਹਿਤ ਸਮਾਧੀ।
ਹੁਣ ਬੀਜ ਨਹੀਂ ਰਹਿ ਗਿਆ, ਮਨ ਨੂੰ ਦੁਫਾੜ ਕਰ ਦੇਣਾ ਹੈ, ਹੁਣ ਉਹਦੇ ਅੰਦਰ ਕੁਝ ਵੀ ਨਹੀਂ ਪੈਦਾ ਹੋਵੇ। ਇਸੇ ਤਰ੍ਹਾਂ ਜਦੋਂ ਤੁਸੀਂ ਵੇਖੋ ਕਣਕ ਦਾ, ਚੌਲਾਂ ਦੀ ਦਾਣੇ ਹੈਗੇ ਆ, ਉਹਦੇ ਚ ਉੱਗਦਾ ਹੈ, ਬੀਜ ਸਾਬਤ ਚਾਹੀਦਾ ਹੈ। ਪਾਣੀ ਕੀ ਕਰਦੀ ਹੈ, ਇਸ ਬੀਜ ਨੂੰ ਰੋਸਟ ਕਰ ਦਿੰਦੀ, ਦੁਫਾੜ ਕਰ ਦਿੰਦੀ, ਇਹਦੇ ਚ ਕੁਝ ਨਹੀਂ। ਇਹੋ ਹੀ ਜਿਸਮ, ਇਹੋ ਜੀਵਨ, ਪਰਮ ਜੀਵਨ ਦਾ ਇਹੋ ਮਕਸਦ ਹੈ। ਔਰ ਜੀਂਦੇ ਜੀ ਉਹ ਬਾਣੀ ਕਹਿੰਦੀ ਹੈ ਕਿ ਜਿਸ ਮਰਨੀ ਸੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਿ ਕਹਿਣ ਤੋਂ ਭਾਵ ਹੈ ਕਿ ਉਹ ਜਿਹੜੇ ਬੀਜ ਸੀ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ, ਉਹ ਮੈਂ ਜੀਂਦਿਆਂ ਜੀਂਦਿਆਂ ਹੀ ਤੋੜ ਦਿੱਤੇ। ਹੁਣ ਕੋਈ ਬੀਜ ਨਹੀਂ ਹੈਗਾ ਅੰਦਰ, ਬਸ ਜਦੋਂ ਬੀਜ ਟੁੱਟ ਕੇ ਭੱਜ ਗਏ ਆ, ਫਿਰ ਕੁਛ ਵੀ ਨਹੀਂ ਉਗਣਾ। ਸੁੱਟ ਦੋ ਉਹਨੂੰ ਮਿੱਟੀ ਚ, ਮਿੱਟੀ ਥੋੜੀ ਉਹ ਚ ਉਹਨੂੰ ਦੁਬਾਰਾ ਜਨਮ ਦੇ ਸਕਦੀ, ਕੁਛ ਪੈਦਾ ਕਰ ਸਕਦਾ। ਪਰ ਜਿੰਨੇ ਉਸ ਬੀਜ ਨੂੰ ਤੋੜਿਆ ਜਾਂ ਬੀਜ ਨੂੰ ਸਾੜਿਆ ਜਾਂ ਜੋ ਵੀ ਕੀਤਾ, ਉਹਦਾ ਹੀ ਬੀਜ ਟੁੱਟੇਗਾ। ਜਿਹਨੇ ਨਹੀਂ ਕੀਤਾ ਤਾਂ ਉਦਾਂ ਹੀ ਰਹਿ ਜਾਊਗਾ, ਫਿਰ ਉਗਣਾ। ਹੁਣ ਤੁਸੀਂ ਬੀਜ ਨੂੰ ਕੀ ਪਾਇਆ ਵਾ, ਉਹਦੇ ਨਾਲ ਹੀ ਉਗਣਾ। ਜੋ ਕਾਮ ਪਾਇਆ, ਕ੍ਰੋਧ ਪਾਇਆ, ਲੋਭ ਪਾਇਆ, ਮੋਹ ਪਾਇਆ, ਹੰਕਾਰ ਪਾਇਆ, ਇਹ ਵੇਖ ਲਓ ਆਪਾਂ ਕੀ ਪਾਇਆ। ਬਾਣੀ ਤੇ ਕਹਿੰਦੀ ਜਦੋਂ ਮਰਜੀ ਮੁੜ ਕੇ ਆ ਜਾ ਵਾਪਸ, ਮੈਂ ਕਦੋਂ ਮਨਾ ਕੀਤਾ। ਹੁਣ ਮੁੜਨ ਦਾ ਮਤਲਬ ਇਹ ਨਾ ਸੋਚੋ ਕਿ 90 ਸਾਲ ਤੋਂ ਚਰਨਜੀਤ ਸੱਜੇ ਬੰਨੇ ਜਾਣ ਦਿਆ ਸੀ ਤੇ ਖੱਬੇ ਜਾਣ ਲਈ ਇਹਨੂੰ ਕੋਈ ਟਾਈਮ ਲੱਗਣਾ। ਜਦੋਂ ਮੂੰਹ ਮੋੜਿਆ ਤੇ ਮੈਂ ਸਹੀ ਹੋ ਜਾਣਾ। ਬਿਲਕੁਲ ਬਿਲਕੁਲ, ਹਾਂਜੀ, ਇੱਥੇ ਵਿਚਾਰ ਇੱਥੇ ਸਮਾਪਤ ਕਰੀ ਗਈ। ਬਹੁਤ ਵਧੀਆ ਗੋਗੀ ਸਾਹਿਬ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈਭੰ ਗੁਰ ਪ੍ਰਸਾਦ। ਮੇਰੇ ਮਾਦੇ ਗਰੀਬ ਨਵਾਜ ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਨਿੱਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ ਨੇ, ਦਾਨ ਬੱਚੇ ਦਾ ਤੇ ਮਾਫ ਕਰੋ। ਅੱਗੇ ਤੋਂ ਜੁੱਧ ਦੇ ਵਿੱਚ ਬਾਣੀ ਪੜ੍ਹਨ ਦੀ ਆਗਿਆ ਬਖਸ਼ੋ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਮੇਰੇ ਮਾਲਿਕ ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਦੇਨ ਰੋਗਤਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੁਣ ਸਾਧ ਸੰਗਤ ਜੀ ਤੁਸੀਂ ਚੁੱਪ ਹੋ ਜਾਓ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ